बुलेटिन 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਅੱਜ ਬਠਿੰਡਾ ਵਿਖੇ ਪਹੁੰਚੇ। ਉਹਨਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਹਨਾਂ ਕਿਹਾ ਕਿ ਬਠਿੰਡਾ ਵਿੱਚ ਜੋ ਵੀ ਕਮੀਆਂ ਹਨ ਉਹਨਾਂ ਦਾ ਸੁਧਾਰ ਕਰਨ ਲਈ ਸਲਾਹ ਮਸ਼ਵਰਾ ਕੀਤਾ ਗਿਆ ਹੈ। ਜਿਹੜੀਆਂ ਪ੍ਰੋਬਲਮਸ ਦੱਸੀਆਂ ਗਈਆਂ ਐਮਐਲਏ ਸਾਹਿਬਾਨ ਵੱਲੋਂ, ਕਿਉਂਕਿ ਉਹ ਲੋਕਾਂ ਦੇ ਪ੍ਰਤੀਨਿਧ ਨੇ, ਲੋਕਾਂ ਦੀਆਂ ਗੱਲਾਂ ਸਾਡੇ ਤੱਕ ਪਹੁੰਚਾਉਂਦੇ ਨੇ, ਪ੍ਰਸ਼ਾਸਨ ਤੱਕ ਪਹੁੰਚਾਉਂਦੇ ਨੇ। ਉਹ ਜਿਹੜੀਆਂ ਸਹੂਲਤਾਂ ਹਰ ਪਿੰਡ ਤੱਕ ਹੋਣੀਆਂ ਚਾਹੀਦੀਆਂ ਸੀ, ਡਾਕਟਰਾਂ ਦੀਆਂ ਸਹੂਲਤਾਂ, ਦਵਾਈਆਂ ਦੀਆਂ ਸਹੂਲਤਾਂ, ਉਹਦੇ ਵਿੱਚ ਜਿਹੜੇ ਪੱਧਰ 'ਤੇ ਕਮੀਆਂ ਪਾਈਆਂ ਗਈਆਂ, ਸਿਹਤ ਮਹਿਕਮੇ ਨਾਲ ਡਿਸਕਸ਼ਨ ਕੀਤੀ ਗਈ ਕਿ ਜਿੱਥੇ ਸਾਡੇ ਕੋਲ ਲੱਗਦਾ ਹੈ ਕਿ ਅਸੀਂ ਐਕਸੈਸ ਵਿੱਚ ਡਾਕਟਰਸ ਬੈਠੇ ਨੇ, ਕਿਉਂਕਿ ਹੁਣ ਤੱਕ ਜੋ ਹੁੰਦਾ ਰਿਹਾ ਕਿ ਡਾਕਟਰ ਸਾਹਿਬਾਨ ਲੈ ਲਓ ਜਾਂ ਜਿਸ ਤਰ੍ਹਾਂ ਦਾ ਸਾਡੀਆਂ ਸਰਕਾਰਾਂ ਨੇ ਪੁਰਾਣੀਆਂ ਨੇ ਕੰਮ ਕੀਤਾ ਕਿ ਸਾਡੇ ਬਹੁਤੇ ਡਾਕਟਰ ਸਾਹਿਬਾਨ ਜਿਹੜੇ ਉਹ ਪਿੰਡਾਂ ਵਿੱਚ ਜਾ ਕੇ ਸੇਵਾਵਾਂ ਦੇਣੀਆਂ ਪਸੰਦ ਨਹੀਂ ਕਰਦੇ, ਜ਼ਿਆਦਾਤਰ ਸੁੱਖ ਸਹੂਲਤਾਂ ਵਾਲੇ ਏਰੀਆ 'ਤੇ ਜਾ ਕੇ ਪਸੰਦ ਕਰਦੇ ਨੇ। ਪਰ ਮੈਨੂੰ ਲੱਗਦਾ ਹੈ ਕਿ ਉਹ ਸਾਡੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰਨਗੇ ਪੰਜਾਬ ਨੂੰ ਇੱਕ ਵਧੀਆ ਸਿਹਤਮੰਦ ਸੂਬਾ ਬਣਾਉਣ ਦੇ ਲਈ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਜਿੱਥੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਹੌਸਪੀਟਲ ਨੇ, ਛੋਟੇ ਹੌਸਪੀਟਲ ਨੇ, ਸਬ ਡਿਵੀਜ਼ਨਸ ਬਣੀਆਂ ਹੋਈਆਂ ਨੇ ਜਾਂ ਨਵੇਂ ਅਸੀਂ ਮੁਹੱਲਾ ਕਲੀਨਿਕ ਖੋਲ੍ਹ ਰਹੇ ਹਾਂ, ਉੱਥੇ ਇੱਕ ਤਾਂ ਡਾਕਟਰਾਂ ਦੀ ਜਿਹੜੀ ਅਵੇਲੇਬਿਲਿਟੀ ਹੈ ਉਹ ਕੰਪਲਸਰੀ ਹੋਵੇ, ਚਾਹੇ ਇੱਕ ਡਾਕਟਰ ਹੋਵੇ ਜਾਂ ਦੋ ਡਾਕਟਰ ਹੋਵੇ, ਪਰ ਸਾਡੇ ਜਿਹੜੇ ਲੋਕਲ ਉੱਥੇ ਪੇਸ਼ੈਂਟਸ ਆ ਉਹਨਾਂ ਨੂੰ ਖੱਜਲ ਖੁਆਰੀ ਨਾ ਹੋਵੇ। ਦੂਜੀ ਗੱਲ ਮੈਡੀਸਨ ਦੀ ਅਵੇਲੇਬਿਲਿਟੀ ਦੀ, ਮੈਡੀਸਨ ਹਰ ਜਗ੍ਹਾ 'ਤੇ ਅਵੇਲੇਬਲ ਹੋਣੀ ਥੋੜ੍ਹੀ ਦੇਰ ਵਿੱਚ ਹੀ ਅਸੀਂ ਕੰਪਲਸਰੀ ਕਰਾਂਗੇ। ICU ਨੂੰ ਮੇਨਟੇਨ ਕਰਨ ਦਾ, ਸੋ ਉਹਦੇ 'ਤੇ ਵੀ ਕਿਉਂਕਿ ਸਰਕਾਰ ਵੱਲੋਂ ਪ੍ਰਾਈਵੇਟ ਡਾਕਟਰਸ ਨੂੰ ਵੀ ਆਪਸ਼ਨ ਦਿੱਤੀ ਗਈ ਹੈ ਕਿ ਉਹ ਵੀ ਆਪਣੀਆਂ ਸੇਵਾਵਾਂ ਸਰਕਾਰੀ ਹਸਪਤਾਲਾਂ ਵਿੱਚ ਆ ਕੇ ਦੇ ਸਕਦੇ ਨੇ, ਜਿਨ੍ਹਾਂ ਲਈ ਉਹਨਾਂ ਨੂੰ ਪੇਮੈਂਟ ਕੀਤੀ ਜਾਏਗੀ। ਸੋ ਅਸੀਂ ਆਪਣੇ ਪ੍ਰਾਈਵੇਟ ਡਾਕਟਰਸ ਨੂੰ ਵੀ ਇਨਵਾਈਟ ਕਰਦੇ ਹਾਂ ਕਿ ਉਹ ਵੀ ਆ ਕੇ ਸਰਕਾਰ ਦੇ ਜਿਹੜੇ ਮਨਸੂਬੇ ਨੇ, ਜੋ ਸਾਡੇ ਤੋਂ ਲੋਕ ਐਕਸਪੈਕਟ ਕਰਦੇ ਨੇ, ਉਹਨਾਂ ਨੂੰ ਪੂਰਾ ਕਰਨ ਲਈ ਸਾਡਾ ਸਾਥ ਦੇਣ। ਬਠਿੰਡਾ ਪੁਲਿਸ ਨੇ ਬਾਦਲ ਰੋਡ ਤੇ ਕਿਰਾਏ ਤੇ ਮਕਾਨ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਕੀਤਾ ਪਰਦਾਫਾਸ਼। ਚੌਂਕੀ ਇੰਚਾਰਜ ਵਰਧਮਾਨ ਨੂੰ ਇੱਕ ਇਤਲਾਹ ਮਿਲੀ ਸੀ ਕਿ ਬਾਦਲ ਰੋਡ ਤੇ ਇੱਕ ਕਲੋਨੀ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਜਦੋਂ ਪੁਲਿਸ ਨੇ ਰੇਡ ਮਾਰੀ ਤਾਂ 3 ਔਰਤਾਂ ਅਤੇ 2 ਮਰਦਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ। ਕੱਲ੍ਹ ਚੌਂਕੀ ਇੰਚਾਰਜ ਵਰਧਮਾਨ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਸੁਖਜੀਤ ਕੌਰ ਪਤਨੀ ਰੇਸ਼ਮ ਸਿੰਘ ਵਾਸੀ ਬਾਦਲ ਰੋਡ, ਜੋ ਕਿ ਉੱਥੇ ਇੱਕ ਘਰ ਕਿਰਾਏ 'ਤੇ ਲੈ ਕੇ ਰਹਿ ਰਹੀ ਹੈ, ਜਿਸ ਵਿੱਚ ਬਾਹਰੋਂ ਲੜਕੇ ਅਤੇ ਲੜਕੀਆਂ ਬੁਲਾ ਕੇ ਜਿਹੜਾ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਂਦੀ ਹੈ ਅਤੇ ਗਾਹਕਾਂ ਪਾਸੋਂ ਮੋਟੀ ਰਕਮ ਵਸੂਲ ਕਰਕੇ ਕੁਝ ਲੜਕੀਆਂ ਨੂੰ ਦੇ ਦਿੰਦੀ ਹੈ, ਜਿਸ ਦੇ ਸੰਬੰਧ ਵਿੱਚ ਅਸੀਂ ਉੱਥੇ ਰੇਡ ਕੀਤਾ ਤਾਂ ਜਿੱਥੋਂ ਸੁਖਜੀਤ ਕੌਰ ਸਮੇਤ 3 ਲੜਕੀਆਂ ਤੇ 2 ਜਿਹੜੇ ਪੁਰਸ਼ ਉੱਥੋਂ ਬਰਾਮਦ ਕੀਤੇ, ਜਿਸ ਤੇ 3, 4, 5 ਮੋਰਲ ਟ੍ਰੈਫਿਕਿੰਗ ਦਾ ਪਰਚਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਗੁਜਰਾਤ ਸ਼ਰਾਬ ਕਾਂਡ ਤੋਂ ਬਾਅਦ ਪੰਜਾਬ ਵਿੱਚ ਵੀ ਸਰਕਾਰ ਵੱਲੋਂ ਦੇਸੀ ਸ਼ਰਾਬ ਤੇ ਸਕੰਜਾ ਕੱਸਿਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਆਬਕਾਰੀ ਵਿਭਾਗ ਬਟਾਲਾ ਅਤੇ ਗੁਰਦਾਸਪੁਰ ਦੇ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਨਾਲ ਵੱਖ-ਵੱਖ ਸ਼ੱਕੀ ਥਾਵਾਂ ਤੇ ਲਗਾਤਾਰ ਰੇਡ ਕੀਤੀ ਜਾ ਰਹੀ। ਇਸ ਰੇਡ ਦੌਰਾਨ 80,000 ਲੀਟਰ ਲਾਹਨ ਤੇ 200 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ ਗਈ। ਅਭਿਆਸ ਵਾਲੇ ਇਲਾਕੇ 'ਚ ਰੇਡ ਕੀਤਾ ਹੈ ਔਰ ਰੇਡ ਟਰੈਪ ਕਰਕੇ ਕੀਤਾ ਹੈ ਔਰ ਇਹਦੇ 'ਚ ਸਾਨੂੰ ਕੋਈ 42 ਤਰਪਾਲਾਂ ਰਿਕਵਰਡ ਹੋਈਆਂ ਵਾ ਲਾਹਨ ਦੀਆਂ। ਇੱਕ ਤਰਪਾਲ ਦੇ ਵਿੱਚ ਅਪਰੋਕਸੀਮੇਟ 2000 ਦੇ ਲਾਗੇ ਚਾਗੇ ਲਾਹਨ ਹੁੰਦੀ ਹੈ ਔਰ ਇਹ ਟੋਟਲ ਬਣ ਗਈ ਜੀ 84,000 kg ਲਾਹਨ ਦੀਆਂ ਇਹ ਰਿਕਵਰਡ ਹੋਈਆਂ ਹੈ। ਲਾਹਨ ਨੂੰ ਮੌਕੇ 'ਤੇ ਆਪਾਂ ਡਿਸਟਰੋਏ ਕੀਤਾ ਹੈ। ਇਹਦੇ ਨਾਲ ਹੀ ਇੱਕ ਭੱਠੀ ਲੱਗੀ ਸੀ। ਜਦੋਂ ਅਸੀਂ ਰੇਡ ਕੀਤਾ, ਜਸਵਿੰਦਰ ਜੀ, ਮੈਂ ਤੇ ਪੂਰੀ ਟੀਮ ਨੇ ਮੇਰੀ ਨੇ, ਤੇ ਕਿਉਂਕਿ ਸਾਹੀ ਦਰਿਆ ਦੇ ਦੂਸਰੇ ਕੰਢੇ ਤੋਂ ਜਦੋਂ ਕਿਸ਼ਤੀ 'ਚ ਗਏ ਆ ਤੇ ਉਹ ਬੰਦੇ ਸਾਨੂੰ ਦੇਖ ਕੇ, ਜਦੋਂ ਅਸੀਂ ਮੌਕੇ 'ਤੇ ਪਹੁੰਚੇ ਉੱਥੇ ਸਾਨੂੰ ਨਜ਼ਰ ਕੋਈ ਨਹੀਂ ਆਇਆ ਬੰਦਾ, ਬਟ ਭੱਠੀ ਵਗੈਰਾ ਸਾਹੀ ਕਾਬੂ ਕਰ ਲਈ ਆ। ਉਹਦੇ ਨਾਲ ਸ਼ਰਾਬ ਦੀਆਂ 4 ਕੈਨੀਆਂ ਬਰਾਮਦ ਹੋਈਆਂ ਹੈ। ਉਹ ਆਪਾਂ ਹੁਣ ਉਹਦੀ ਮੈਜ਼ਰਮੈਂਟ ਕਰਨੀ ਹੈ ਕਿ ਉਹ ਕਿੰਨੀ ਹੋਏਗੀ। ਆਲਮੋਸਟ 50 ਲੀਟਰ ਦੀ ਇੱਕ ਕੈਨ ਹੈ ਔਰ 4 ਕੈਨੀਆਂ ਸ਼ਰਾਬ ਜਿਹੜੀ ਇਹਨਾਂ ਨੇ ਕੱਢ ਲਈ ਹੋਈ ਸੀ ਉਹ ਰਿਕਵਰਡ ਕੀਤੀ ਹੈ। ਮੇਰੀ ਆਪ ਰਾਹੀਂ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਇਹੋ ਜਿਹੀ ਜਿਹੜੀ ਚੀਜ਼ ਹੈ, ਨਸ਼ਾ ਹੈ, ਇਹਨੂੰ ਆਪਾਂ ਸਰਕਾਰ ਦਾ ਸਾਥ ਦੇਣਾ ਹੈ, ਸਾਡੇ ਡਿਪਾਰਟਮੈਂਟ ਦਾ ਸਾਥ ਦੇਣਾ ਹੈ। ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿੱਚ ਮਾਹੌਲ ਉਦੋਂ ਦਹਿਸ਼ਤ ਭਰਿਆ ਹੋ ਗਿਆ ਜਦੋਂ
ਸਵੇਰ ਸਵੇਰੇ ਮਹਿਜ਼ 17,000 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਲੱਕੜ ਆਰਾ ਮਾਲਕਾਂ ਵਿੱਚ ਝਗੜਾ ਹੋ ਗਿਆ ਤੇ ਇੱਕ ਧਿਰ ਨੇ ਦੂਸਰੇ ਧਿਰ ਦੇ ਪੈਰਾਂ ਵਿੱਚ ਗੋਲੀ ਚਲਾ ਦਿੱਤੀ। ਜਾਨੀ ਨੁਕਸਾਨ ਹੁਣ ਬਚ ਗਿਆ ਤੇ ਗੋਲੀ ਸੜਕ ਦੇ ਵਿੱਚ ਜਾ ਲੱਗੀ। ਗੋਲੀ ਚਲਾਉਣ ਵਾਲੀ ਧਿਰ ਮੌਕੇ ਤੋਂ ਫਰਾਰ ਹੋ ਗਈ। ਇਹਨਾਂ ਦਾ ਕੋਈ ਆਪੋ ਚ ਲੈਣ ਦੇਣ ਹੈਗਾ ਸੀ। ਇੱਕ ਤਾਂ ਲੇਬਰ ਦੇ ਬੰਦੇ ਕੰਮ ਕਰਦੇ ਇੱਧਰ ਆਰਿਆਂ ਦੇ ਉੱਤੇ, ਉਹ ਇੱਕ ਆਰੇ ਵਾਲੇ ਨੂੰ ਦੂਜੇ ਆਰੇ ਵਾਲੇ ਕੋਲ ਪੈਸੇ ਲੈਣੇ ਸੀ। ਉਹਦੇ ਕੋਲ ਬੰਦੇ, ਉਹਦੇ ਕੋਲ ਜਿਹੜਾ ਬੰਦਾ ਚੱਲ ਗਿਆ ਸੀ ਉਹਨਾਂ ਦੇ ਕੋਲ, ਇਸੇ ਗੱਲ ਤੋਂ ਉਹਨਾਂ ਦੀ ਤੈਸ਼ਬਾਜ਼ੀ ਹੋ ਗਈ ਤੇ ਇੱਥੇ ਝਗੜਾ ਹੋ ਗਿਆ। ਕਿੰਨੇ ਪੈਸਿਆਂ ਦਾ ਲੈਣ ਦੇਣ? ਪੈਸੇ ਹੁਣ ਭਾਈ ਉਹਨਾਂ ਨੂੰ ਪਤਾ ਕਿੰਨੇ ਨੇ। ਲਵਲੀ ਕਿੰਨੇ ਪੈਸੇ ਸੀ? 17-18,000 ਰੁਪਈਆ। ਹਾਂਜੀ, ਗੋਲੀ ਚਲਾਈ ਹੈ, ਪਤਾ ਲੱਗਾ ਕੌਣ ਹੈ ਬੰਦਾ ਜੀ? ਉਹ ਵੀ ਆਰੇ ਵਾਲਾ ਹੀ, ਇੱਥੋਂ ਸਾਡੇ ਭਾਈਚਾਰੇ ਚੋਂ ਹੀ ਹੈ ਕਿ ਹਾਂਜੀ, ਲੋਕਲ ਬਟਾਲੇ ਦੇ। ਲੋਕਲ ਬਟਾਲੇ ਦੇ। ਹਾਂਜੀ, ਇੱਕ ਹੀ ਫੈਰ ਹੋਇਆ। ਸਰ ਸਾਡਾ ਕੋਈ ਆਪਣੀ ਲੈਣ ਦੇਣ ਸੀ ਬੰਦਿਆਂ ਦਾ, ਤੇ ਉਹਨਾਂ ਨੇ ਆ ਕੇ ਯਕਦਮ ਆ ਕੇ ਗੱਲ ਪੈ ਕੇ ਮੇਰੇ ਨਾਲ ਇਹਨਾਂ ਗੋਲੀ ਚਲਾਤੀ। ਸਰ ਅਸੀਂ ਮੰਡੀ ਰੋਜ਼ ਸਵੇਰੇ ਲੱਕੜ ਖਰੀਦਣ ਆਉਂਦੇ ਆ। ਸਾਰੇ ਆਰੇ ਵਾਲੇ ਬਟਾਲੇ ਦੇ ਲੋਕਲ ਲੱਕੜ ਖਰੀਦਣ ਆਉਂਦੇ ਨੇ। ਸਾਡੇ ਕੋਲ ਇੱਕ ਲੇਬਰ ਦਾ ਬੰਦਾ ਹਟ ਕੇ ਪਾਖਰਪੁਰੀਆਂ ਦੇ ਆਰੇ ਤੇ ਕੰਮ ਕਰਨ ਲੱਗ ਪਿਆ 1.5-2 ਮਹੀਨੇ ਤੋਂ। ਅਸੀਂ 4-5 ਵਾਰੀ ਉਸ ਬੰਦੇ ਨੂੰ ਉੱਥੇ ਕੰਮ ਕਰਦੇ ਫੜਿਆ ਔਰ ਮਾਲਕਾਂ ਨੂੰ ਕਿਹਾ ਵੀ ਇਹਦੇ ਪੈਸੇ ਦਿਓ। ਕਦੀ ਉਹ ਕਹਿੰਦੇ ਅਸੀਂ ਦੇਣੇ ਨੇ, ਕਦੀ ਕਹਿੰਦੇ ਨਹੀਂ ਦੇਣੇ, ਕਦੀ ਕਹਿੰਦੇ ਜਿੰਨੇ ਪੈਸੇ ਹਫਤੇ ਦੇ ਕਟਾਏਗਾ ਉਹਨੇ ਪੈਸੇ ਦੇਵਾਂਗੇ ਜੀ। ਉਸ ਤੋਂ ਬਾਅਦ ਅੱਜ ਦੁਬਾਰਾ ਉਸ ਬੰਦੇ ਨੇ, ਪਹਿਲੇ ਦੇ ਵੱਡੇ ਭਾਈ, ਮੈਂ ਪਰਲੇ ਬੰਨੇ ਸੀ ਖਲੋਤਾ ਸਾਹਮਣੇ, ਉਹ ਇੱਧਰ ਖਲੋਤੇ ਸੀ। ਉਹਨੇ ਵੱਡੇ ਭਾਈ ਨੂੰ ਪਹਿਲੇ ਧੱਕਾ ਮਾਰਿਆ, ਇੱਕ ਨੇ ਪਿੱਛੋਂ ਚਪੇੜ ਮਾਰਤੀ ਤੇ ਉਹਨੇ ਪਾਖਰਪੁਰੀਆ ਮੰਨਣ ਨੇ ਖੁਦ ਪਿਸਟਲ ਕੱਢ ਕੇ ਜੇਬ ਚੋਂ ਰਿਵਾਲਵਰ ਤੇ ਗੋਲੀ ਮਾਰੀ ਹੈ। ਗੋਲੀ ਕੁਦਰਤ ਭਾਣਾ ਭਾਜੀ ਸਾਈਡ ਤੇ ਹੋ ਕੇ ਥੱਲੇ ਵੱਜ ਗਈ ਹੈ ਤੇ ਜੇ ਗੋਲੀ ਵੱਜ ਜਾਂਦੀ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਤੇ ਗੁੰਡਾਗਰਦੀ ਦਾ ਨੰਗਾ ਨਾਚ ਹੈ ਸਰ। ਰੋਪੜ ਪੁਲਿਸ ਵੱਲੋਂ ਪਿੰਦਰੀ ਗੈਂਗ ਦੇ 10 ਖਤਰਨਾਕ ਗੈਂਗਸਟਰਾਂ ਜਿਨ੍ਹਾਂ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੈ ਨੂੰ ਗ੍ਰਿਫਤਾਰ ਕਰਦਿਆਂ 7 ਗੈਰ ਕਾਨੂੰਨੀ ਹਥਿਆਰ ਅਤੇ 51 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਉਹਨਾਂ ਕਿਹਾ ਕਿ ਇਸ ਗੈਂਗ ਦੇ ਮੁੱਖ ਸਰਗਨਾ ਦੀ ਪਰਮਿੰਦਰ ਸਿੰਘ ਉਰਫ ਪਿੰਦਰੇ ਵੱਲੋਂ ਪਹਿਚਾਣ ਹੋਈ ਹੈ, ਜੋ ਕਿ ਨੰਗਲ ਰੂਪਨਗਰ ਨੂਰਪੁਰ ਖੇਤਰ ਵਿੱਚ ਬਹੁਤ ਸਰਗਰਮ ਸੀ ਤੇ ਇਸ ਕੁਖਿਆਤ ਗੈਂਗਸਟਰ ਦੇ ਖਿਲਾਫ ਪਹਿਲਾਂ ਹੀ ਰੂਪਨਗਰ, ਹਰਿਆਣਾ, ਜਲੰਧਰ ਅਤੇ ਪਟਿਆਲਾ ਦੇ ਪੁਲਿਸ ਸਟੇਸ਼ਨਾਂ ਵਿੱਚ 22 FIR ਜਿਸ ਵਿੱਚ ਕਤਲ ਦੀ ਕੋਸ਼ਿਸ਼ ਵੀ ਸ਼ਾਮਿਲ ਦਰਜ ਹੋ ਚੁੱਕੀਆਂ ਹਨ। ਸਾਡੇ ਮਾਨਯੋਗ CM ਸਾਹਿਬ ਜੋ ਕਿ ਜਿਨ੍ਹਾਂ ਕੋਲ ਹੋਮ ਮਿਨਿਸਟਰ ਦਾ ਵੀ ਚਾਰਜ ਹੈ, ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਮੇਨਲੀ ਫੋਕਸ ਜਿਹੜਾ ਪੁਲਿਸਿੰਗ ਦੇ ਉੱਤੇ ਗੈਂਗਸਟਰਸ ਤੇ ਡਰੱਗ ਦੇ ਉੱਤੇ ਸਪੈਸ਼ਲ ਕੀਤਾ ਜਾ ਰਿਹਾ ਔਰ ਉਸੇ ਕੜੀ ਦੇ ਵਿੱਚ ਰੂਪਨਗਰ ਪੁਲਿਸ ਦੇ SSP ਡਾਕਟਰ ਸੰਦੀਪ ਗਰਗ ਜੀ, ਇਹਨਾਂ ਦੀ ਅਗਵਾਈ ਦੇ ਵਿੱਚ ਸਾਰੀ ਟੀਮ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ। ਪਰਮਿੰਦਰ ਪਿੰਦਰੀ ਜੋ ਕਿ ਇੱਕ ਬੜਾ ਨੋਟੋਰੀਅਸ ਗੈਂਗਸਟਰ ਹੈ, ਉਹ ਅਤੇ ਉਹਦੇ ਨਾਲ 9 ਹੋਰ ਸਾਥੀ ਜਿਹੜੇ ਉਹ ਵੀ ਕਾਫੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਆ, ਉਹਨਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਉਹਨਾਂ ਦੇ ਗ੍ਰਿਫਤਾਰੀ ਦੇ ਨਾਲ ਉਹਨਾਂ ਤੋਂ 7 ਪਿਸਟਲ ਜਿਨ੍ਹਾਂ 'ਚ .30 ਜਿਹੜਾ ਕੈਲੀਬਰ ਦਾ ਵੀ ਪਿਸਟਲ ਤੇ ਕਾਰਤੂਸ ਮਿਲੇ ਆ ਔਰ ਅਲੱਗ-ਅਲੱਗ ਹੋਰ ਬੋਰਾਂ ਦੇ ਵੀ ਪਿਸਟਲ ਮਿਲੇ ਆ। ਉਹਦੇ 'ਚ 51 ਰਾਊਂਡਸ ਵੀ ਨੇ ਜਿਹੜੇ ਕਾਰਤੂਸ। ਔਰ ਇਹਨਾਂ ਦੀ ਜਿਹੜੀ ਪੁੱਛਗਿੱਛ ਤੋਂ ਇਹ ਗੱਲਾਂ ਸਾਹਮਣੇ ਆਈਆਂ ਕਿ ਜਿਹੜਾ ਪਰਮਿੰਦਰ ਪਿੰਦਰੀ ਹੈ ਕਾਫੀ ਦੇਰ ਤੋਂ ਇਸ ਰੋਪੜ, ਬੱਦੀ, ਨਾਲਾਗੜ੍ਹ ਐਡਜੋਇਨਿੰਗ ਜਿਹੜਾ ਹਿਮਾਚਲ ਦਾ ਏਰੀਆ, ਇੱਥੇ ਇਹ ਆਪਣਾ ਗੈਂਗ ਚਲਾ ਰਿਹਾ ਸੀ। ਔਰ ਇੱਕ ਬੜੀ ਇੰਪੋਰਟੈਂਟ ਗੱਲ ਇਹਦੇ 'ਚ ਖੁਲਾਸਾ ਹੋਇਆ ਇਹਦੇ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਦੇ ਵਿੱਚ ਕਿ ਕ੍ਰਿਮੀਨਲ ਐਕਟੀਵਿਟੀਜ਼ ਤੋਂ ਇਲਾਵਾ ਡਰੱਗ ਦਾ ਬੜਾ ਵੱਡਾ ਨੈਟਵਰਕ ਇਹਨੇ ਆਪਣਾ ਤਿਆਰ ਕਰਕੇ ਉਹਨੂੰ ਆਪਰੇਟ ਕਰ ਰਿਹਾ ਸੀਗਾ। ਇਹ ਡਰੱਗ ਜਿਹੜੀ ਹੈ ਸਾਰੀ ਬਾਰਡਰ ਏਰੀਆ ਤੋਂ ਅੰਮ੍ਰਿਤਸਰ ਤੋਂ ਲੈ ਕੇ ਆ ਰਿਹਾ ਸੀ, ਇੱਕ ਸਮਗਲਰ ਤੋਂ, ਔਰ ਅੱਗੇ ਇਹਨੇ ਆਪਣੇ ਜਿਹੜੇ ਸਮਗਲਰਸ, ਛੋਟੇ ਡਿਸਟਰੀਬਿਊਟਰਸ ਉਹ ਅਪਾਇੰਟ ਕੀਤੇ ਹੋਏ ਸੀ, ਚਾਹੇ ਉਹ ਕੀਰਤਪੁਰ ਸਾਹਿਬ ਏਰੀਆ ਜਾਂ ਚਮਕੌਰ ਸਾਹਿਬ ਏਰੀਆ, ਉਸ ਵਾਸਤੇ। ਔਰ ਇਹ ਲਗਾਤਾਰ ਇਸ ਕੰਮ ਦੇ ਵਿੱਚ ਲੱਗਿਆ ਹੋਇਆ ਸੀ ਔਰ ਆਪਣੀ ਗ੍ਰਿਫਤਾਰੀ ਤੋਂ ਬਚਣ ਵਾਸਤੇ ਇਹਨੇ ਪਨਾਹ ਜਿਹੜੀ ਹੈ ਉਹ ਹਿਮਾਚਲ ਦੇ ਵਿੱਚ ਲਈ ਹੋਈ ਸੀ ਔਰ ਕਦੇ ਕਿਤੇ ਰੈਂਟਡ ਜਗ੍ਹਾ 'ਤੇ ਰਹਿ ਗਿਆ, ਕਦੇ ਕਿਸੇ ਨੂੰ ਡਰਾ ਕੇ ਉਹਦੇ ਘਰ ਰਹਿ ਗਿਆ। ਇਸ ਤਰ੍ਹਾਂ ਦਾ ਇਹਦਾ ਮੋਡਸ ਆਪਰੈਂਡੀ ਸਾਹਮਣੇ ਆਇਆ। ਵੈਪਨ ਜਿਹੜੇ ਸਾਰੇ ਮੱਧ ਪ੍ਰਦੇਸ਼ ਤੋਂ ਜਾਂ UP ਤੋਂ ਲੈ ਕੇ ਆਇਆ, ਜਿੱਥੇ ਕਿ ਆਪਾਂ ਨੂੰ ਪਤਾ ਹੀ ਹੈ ਕਿ ਕਾਫੀ ਦੇਰ ਤੋਂ ਉੱਥੇ ਬੜੀ ਇਹਦੀ ਖੁੱਲ੍ਹੀ ਅਵੇਲੇਬਿਲਟੀ ਹੈ। ਉਸ ਤੋਂ ਇਲਾਵਾ ਇਹ ਜਿਹੜਾ ਐਕਸਟੋਰਸ਼ਨ ਜਿਹੜੀ ਹੈ, ਜਿਹਨੂੰ ਕਹਿੰਦੇ ਧਮਕੀ ਦੇ ਕੇ ਵੀ ਲੋਕਾਂ ਤੋਂ ਹਫ਼ਤਾ ਇਕੱਠਾ ਕਰਨਾ, ਚਾਹੇ ਉਹ ਮਾਈਨਿੰਗ ਦੇ ਕੰਟਰੈਕਟਰ ਨੇ, ਚਾਹੇ ਕੋਈ ਦੂਸਰੇ ਬਿਜ਼ਨਸਮੈਨ ਹੈ। ਫਿਰੋਜ਼ਪੁਰ ਦੀ ਨਗਰ ਕੌਂਸਲ ਵੱਲੋਂ ਫਿਰੋਜ਼ਪੁਰ ਦੀ ਸਾਫ਼ ਸਫਾਈ ਵਿਵਸਥਾ ਤੇ ਸੁੰਦਰਤਾ ਲਈ ਸੈਨੀਟੇਸ਼ਨ ਦਾ ਸਹਿਯੋਗ ਕਰਨ ਲਈ ਤੇ ਸ਼ਹਿਰ ਵਾਸੀਆਂ ਦੀ ਸਮੱਸਿਆਵਾਂ ਦੇ ਨਿਪਟਾਰੇ ਲਈ ਇੱਕ 5 ਮੈਂਬਰੀ ਕਮੇਟੀ ਬਣਾਈ ਗਈ, ਜੋ ਸ਼ਹਿਰ ਦੇ ਸਾਰੇ ਵਾਰਡਾਂ ਦੀਆਂ ਸਮੱਸਿਆਵਾਂ ਨੂੰ ਸੈਨੀਟੇਸ਼ਨ ਨਾਲ ਤਾਲਮੇਲ ਕਰਕੇ ਹੱਲ ਕਰਵਾਏਗੀ। ਇੱਕ ਕਾਂਗਰਸ ਪਾਰਟੀ ਦੀ ਕਮੇਟੀ ਹੈ ਫਿਰੋਜ਼ਪੁਰ ਸਿਟੀ, ਜਿਹਦੇ ਵਿੱਚ ਇੱਕ ਕਮੇਟੀ ਬਣਾਈ ਗਈ
5 ਮੈਂਬਰੀ ਕਮੇਟੀ ਐਮਸੀਆਂ ਵੱਲੋਂ, ਜਿਹਦੇ ਵਿੱਚ ਆਸ਼ਾ ਘਾਰੂ ਜਿਹਨੂੰ ਇੰਚਾਰਜ ਲਾਇਆ ਗਿਆ, ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਨਗਰ ਕੌਂਸਲ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਫਿਰੋਜ਼ਪੁਰ ਸਿਟੀ ਵੱਲੋਂ, ਜਿਹਦੇ ਮਿਸੀ ਬੱਬੂ ਪ੍ਰਧਾਨ। ਉਹਦੇ ਮੁਤਾਲਕ ਸ਼ਹਿਰ ਦੇ ਵਿੱਚ ਸਦੀਆਂ ਤੋਂ ਬਹੁਤ ਵੱਡਾ ਜਿਹੜਾ ਕਿ ਅਸੀਂ ਨਰਕ ਸਮਝਦੇ ਹਾਂ ਵੀ ਗੰਦਗੀ ਇੰਨੀ ਵੀ ਗੰਦ ਸ਼ਹਿਰ ਦੇ ਵਿੱਚ ਜਿਹੜਾ ਕਿ ਉਹ ਸਾਫ ਸਫਾਈ ਦੇ ਪ੍ਰਬੰਧ ਸੀ ਜਿਹੜੇ ਨਾ ਵੀ ਕਿਤੇ ਨਾ ਕਿਤੇ ਕਮੀ ਸੀ ਦੀ। ਉਹਦੇ ਲਈ ਇੰਸਪੈਕਟਰ ਸਾਹਿਬ ਵੀ ਆਏ ਨੇ ਤੇ ਸਾਡੇ ਈਓ ਸਾਹਿਬ ਨਵੇਂ ਆਏ ਨੇ ਸੰਜੇ ਬਾਂਸਲ ਜੀ, ਉਹਨਾਂ ਦੇ ਹੁਕਮਾਂ ਸਦਕੇ ਸ਼ਹਿਰ ਦਾ ਆਪਣਾ ਰਿੰਕੂ ਗਰੋਵਰ ਪ੍ਰੈਜ਼ੀਡੈਂਟ ਫਿਰੋਜ਼ਪੁਰ ਨੇ ਜਿਹੜੀ ਕਮੇਟੀ ਲਿਖੀ ਪਾਰਟੀ ਵੱਲੋਂ, ਕਾਂਗਰਸ ਪਾਰਟੀ ਵੱਲੋਂ, ਉਹਦੇ ਲਈ ਅਸੀਂ ਸ਼ਹਿਰ ਨੂੰ ਸੁੰਦਰਤਾ ਬਣਾਉਣ ਵਾਸਤੇ ਇਹ ਇੱਕ ਟੀਮ ਬਣਾਈ ਗਈ ਤੇ ਸ਼ੁਰੂਆਤ ਜਿਹੜੀ 25 ਨੰਬਰ ਵਾਰਡ ਤੋਂ ਕੀਤੀ ਵੀ ਜਿਹੜਾ ਲੋਕ ਲੰਘਣ ਤੇ ਲੋਕਾਂ ਦੇ ਮਨ ਨੂੰ ਸਕੂਨ ਆ ਜਾਏ ਵੀ ਕਮੇਟੀ ਜੋ ਕਰ ਰਹੀ, ਕਈ ਕਮੇਟੀਆਂ ਆਈਆਂ ਕਈ ਚਲੀਆਂ ਗਈਆਂ, ਪਰ ਇਹੋ ਜਿਹਾ ਹਾਲਾਤ ਇੱਕ ਵੱਖਰਾ ਹੀ ਕੁਛ ਉਪਰਾਲਾ ਵਿੱਢ ਗਏ। ਜੇ ਅਸੀਂ ਫਿਰੋਜ਼ਪੁਰ ਤੋਂ ਇਹ ਸਾਡੇ ਤੋਂ ਫਿਰੋਜ਼ਪੁਰ ਨਾਰਾਜ਼ ਹੋਇਆ, ਜੇ ਐਮਐਲਏ ਗਿਆ ਤੇ ਸਾਨੂੰ ਝਾੜੂ ਮਾਰਨ ਦਾ ਮੌਕਾ ਮਿਲਿਆ ਵੀ ਸ਼ਹਿਰ ਦੀ ਜਿਹੜੀ ਸੰਤੁਸ਼ਟੀ ਦਵਾ ਸਕੀਏ। ਸਾਵਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਦਾ ਇੰਤਜ਼ਾਰ ਹਰ ਪਾਸੇ ਸਵਾਣੀਆਂ ਬੜੀ ਬੇਸਬਰੀ ਨਾਲ ਕਰਦੀਆਂ ਹਨ। ਇਸੇ ਲੜੀ ਤਹਿਤ ਅੱਜ ਜਗਰਾਉਂ ਵਿਖੇ ਜਗਰਾਉਂ ਲੇਡੀਜ਼ ਕਲੱਬ ਵੱਲੋਂ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ 150 ਦੇ ਕਰੀਬ ਇਕੱਠੀਆਂ ਹੋਈਆਂ ਇਹਨਾਂ ਸਵਾਣੀਆਂ ਨੇ ਜਿੱਥੇ ਪਹਿਲਾਂ ਆਪਸ ਵਿੱਚ ਕਈ ਤਰ੍ਹਾਂ ਦੀਆਂ ਵੱਖ-ਵੱਖ ਗੇਮਾਂ ਖੇਡੀਆਂ, ਉੱਥੇ ਹੀ ਫਿਰ ਪੰਜਾਬੀ ਸੱਭਿਆਚਾਰ ਦਾ ਮੁੱਖ ਹਿੱਸਾ ਗਿੱਧਾ ਪਾ ਕੇ ਤੀਆਂ ਦੇ ਇਸ ਪ੍ਰੋਗਰਾਮ ਦਾ ਪੂਰਾ ਆਨੰਦ ਮਾਣਿਆ। मैं जगराउं तो हाँ साढ़े बहुत छोटा जिहा ही फंक्शन करना सी तੀਆਂ ਦਾ, बट ये हौली हौली एक इवेंट हो गया तो इतने साढ़े इन्ना वधिया होया कि साढ़े इतने स्पॉन्सर्स भी 17-18 स्पॉन्सर ही आ तो बहुत ज़्यादा वधिया लग्या कि असीं अपने पुराने कल्चर के नाल जुड़ रहे हैं तो जो नवी जनरेशन है उन्होंने नवा टच भी मिल रहा, जो पुराने उन्होंने पुराना दोनों ही मिक्स इंजॉय कर रहे हैं। और हाँ और बहुत ही इंजॉय कर रहे हैं, फुल गेम्स आ, फुल गिफ्ट्स आ, फुल इंजॉय आ। एंड इवेंट के विच लुधियाना तो जलंधर तो भी आए हैं मैंबर्स जोड़े इवेंट को इंजॉय कर रहे हैं। कर रही है ऑर्गेनाइज पर बहुत ही डिफरेंट वे नाल कीता है उन्होंने, सानू भी बड़ा ही अच्छा लग्या कि आप सारे अज इकट्ठे होए हैं इत्थे। ते बाकी बेटी वाला जिहड़ा उन्होंने पहला दस्सिया कि बेटी बचाओ, तो मैं भी यही कहना चाहती हाँ वाकई बेटी बचाओ और बेटी पढ़ाओ, ताकि आप सारे ऐदा ही इकट्ठे होंदे रहिए। जे बेटियां बचनगियां तां ही आप बेटियां अगे आवांगे, बेटियां दा फंक्शन तां ही बेटियां दा फंक्शन ऑर्गेनाइज होंदा रहेगा। जे बेटियां होणगियां ते ये जिहड़े तिहार मैं शिल्पी की फ्रेंड हाँ, वो थ्रू मैंने इतने ज्वाइन किया है तो बहुत ज़्यादा वधिया लग रहा है मैंने। मैं स्पॉन्सर भी किया अपने बुटीक वालों, उन्होंने मैंने कहा भी भाभी तुम करो बहुत अच्छा लगेगा, बट सीरियसली मतलब मैं एक्सपैक्टेड नहीं सी, उस तो बाद असीं इंजॉय कर रहे हैं। थैंक्स टू शिल्पी। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਰੋਪੜ ਪੁੱਜੇ ਤਾਂ ਸਭ ਤੋਂ ਪਹਿਲਾਂ ਸੈਕਟਰੀਏਟ ਦੇ ਗੇਟ ਤੇ ਧਰਨਾ ਲਗਾਈ ਬੈਠੇ ਪ੍ਰਾਪਰਟੀ ਡੀਲਰਾਂ ਤੇ ਅਰਜ਼ੀ ਨਿਵੇਸ਼ਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਉਹਨਾਂ ਦਾ ਸਵਾਗਤ ਕੀਤਾ। ਪ੍ਰਾਪਰਟੀ ਡੀਲਰਾਂ ਤੇ ਅਰਜ਼ੀ ਨਿਵੇਸ਼ਾਂ ਨੇ ਵਧਾਏ ਗਏ ਕਲੈਕਟਰ ਰੇਟ, ਐਨਓਸੀ ਬੰਦ ਹੋਣ ਅਤੇ ਰਜਿਸਟਰੀਆਂ ਬੰਦ ਹੋਣ ਕਾਰਨ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਐਡਮਿਨਿਸਟ੍ਰੇਸ਼ਨ ਨੂੰ ਨਾਲ ਲੈ ਕੇ ਅਗਰ ਇਹ ਚੀਜ਼ਾਂ ਨੌਲੇਜ ਆਉਂਦੀਆਂ ਤੇ ਉਹਦੇ ਲਈ ਜਲਦੀ ਕੋਈ ਨਾ ਕੋਈ ਕੀ ਆਪਾਂ ਉਹਨਾਂ ਲਈ ਬੈਟਰ ਕਰ ਸਕਦੇ ਹਾਂ, ਕਿਉਂਕਿ ਅਗਰ ਜਾਨਵਰਾਂ ਦੇ ਲਈ ਤਾਂ ਬਹੁਤ ਵੱਡੇ ਸਰਕਾਰਾਂ ਨੇ ਕਦੀ ਕੇਅਰ ਨਹੀਂ ਕੀਤੀ, ਲੇਕਿਨ ਇਹ ਸਰਕਾਰ ਕਿਉਂਕਿ ਹਰੇਕ ਲੈਵਲ ਦੇ ਉੱਤੇ ਕੰਮ ਕਰਨਾ ਚਾਹੁੰਦੀ ਹੈ, ਥੋੜਾ ਟਾਈਮ ਚਾਹੀਦਾ। ਔਰ ਡੈਫੀਨੇਟਲੀ ਉਹ ਸਾਡੇ ਅਧਿਕਾਰੀ ਜਿਹੜੇ ਥੱਲੇ ਉਹਦੀ ਸਹੀ ਰਿਪੋਰਟ ਦੇਊਗੇ, ਕਿਉਂਕਿ ਸਰਕਾਰ ਦੀ ਮਨਸ਼ਾ ਮਾਨਯੋਗ ਮੁੱਖ ਮੰਤਰੀ ਜੀ ਦੀ ਮਨਸ਼ਾ ਜਿਹੜੀ ਹੈ ਭਗਵੰਤ ਮਾਨ ਜੀ ਦੀ ਬੜੀ ਕਲੀਅਰ ਹੈ ਵੀ ਉਹ ਕੰਮ ਹੋਣਾ ਚਾਹੀਦਾ, ਨਾ ਕਿ ਸਿਰਫ ਯੋਜਨਾ ਹੋਣੀ ਚਾਹੀਦੀ। ਤੇ ਕੀ ਆਸ਼ਵਾਸਨ ਦਿੱਤਾ ਗਿਆ? ਕੋਈ ਐਸੋਸੀਏਸ਼ਨ ਵੱਲੋਂ ਐਨਓਸੀ ਦੀ ਜਿਹੜੀ ਰਿਕੁਆਇਰਮੈਂਟ ਹੈ ਸੇਲ ਡੀਡ ਦੇ ਵਿੱਚ, ਉਹਦੇ ਕਰਕੇ ਜਿਹੜੀਆਂ ਸੇਲ ਡੀਡ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਨੂੰ ਲੈ ਕੇ ਐਸੋਸੀਏਸ਼ਨ ਦੇ ਵਫਦ ਨਾਲ ਮੈਂ ਗੱਲਬਾਤ ਕੀਤੀ ਹੈ। ਇਹਨਾਂ ਨੂੰ ਦੱਸਿਆ ਜੀ ਕਿ ਕਿਉਂਕਿ ਸਾਰਾ ਰੈਵਨਿਊ ਢਾਂਚਾ ਜਿਹੜਾ ਜੋ ਰਜਿਸਟਰੀਆਂ ਦਾ ਸਿਸਟਮ ਹੁਣ ਤੱਕ ਦਾ ਚੱਲ ਰਿਹਾ ਸੀਗਾ ਉਹਨੂੰ ਗਵਰਨਮੈਂਟ ਉਹਦੇ 'ਚ ਵੱਡੇ ਬਦਲਾਅ ਕਰ ਰਹੀ ਹੈ। ਕਲੈਕਟਰ ਰੇਟ ਦੇ ਵਿੱਚ ਵੀ ਬਦਲਾਅ ਹੋਇਆ, ਹੋਰ ਚੀਜ਼ਾਂ ਦੇ ਆ ਜਿਹੜੀ ਰਿਸ਼ਵਤ ਨੂੰ ਨੱਥ ਪਾਣੀ ਜਿਹੜਾ ਉਹ ਮੇਨ ਇੱਕ ਵੱਡਾ ਏਜੰਡਾ ਗਵਰਨਮੈਂਟ ਦਾ ਹੈਗਾ। ਸੋ ਜਦੋਂ ਅਸੀਂ ਵੱਡੇ ਬਦਲਾਅ ਕਰਦੇ ਹਾਂ ਤਾਂ ਉਹਦੇ 'ਚ ਕਈ ਵਾਰ ਸਾਨੂੰ ਫਿਰ ਇੰਤਜ਼ਾਰ ਕਰਨਾ ਪੈਂਦਾ, ਹਰ ਫੀਲਡ 'ਚ ਹੋ ਰਿਹਾ। ਅੱਜ ਜੇ ਮਾਈਨਿੰਗ ਦੀ ਨਵੀਂ ਪਾਲਿਸੀ ਬਣਨੀ ਹੈ ਤਾਂ ਉੱਥੇ ਵੀ ਪਹਿਲਾਂ ਕੰਮ ਰੋਕਣਾ ਪਿਆ, ਕਿਉਂਕਿ ਜਦੋਂ ਅਸੀਂ ਆਪਣੇ ਘਰ ਨੂੰ ਰੈਨੋਵੇਟ ਕਰਦੇ ਤਾਂ ਇੱਕ ਵਾਰ ਸਾਨੂੰ ਸਮਾਨ ਚੱਕ ਕੇ ਜਿਹੜਾ ਬਾਹਰ ਰੱਖਣਾ ਪੈਂਦਾ, ਤੰਗ ਹੋਣਾ ਪੈਂਦਾ। ਸੋ ਇਹ ਜਿਹੜਾ ਤੰਗੀ ਸਾਨੂੰ ਸਹਿਣੀ ਪੈ ਰਹੀ ਹੈ, ਇਹਦੇ
ਇਹ ਬਦਲਾਅ ਦੀ ਨਿਸ਼ਾਨੀ ਹੈ ਔਰ ਆਉਣ ਵਾਲਾ ਜਿਹੜਾ ਚੰਗਾ ਸਮਾਂ ਹੈ ਉਹਦੀ ਨਿਸ਼ਾਨੀ ਹੈ। ਹਲਕਾ ਸੁਲਤਾਨਪੁਰ ਲੋਧੀ 'ਚ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਸਣੇ ਹੋਰ ਪਾਰਟੀਆਂ ਦੇ ਨੌਜਵਾਨਾਂ ਵੱਲੋਂ ਸੀਨੀਅਰ ਭਾਜਪਾ ਨੇਤਾ ਕਰਨਜੀਤ ਸਿੰਘ ਆਲੀ ਦੀ ਪ੍ਰੇਰਣਾ ਸਦਕਾ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ। ਇਸ ਮੌਕੇ ਤੇ ਮੰਡਲ ਪ੍ਰਧਾਨ ਓਮ ਪ੍ਰਕਾਸ਼ ਡੋਗਰਾ ਸਮੇਤ ਪਾर्टी के कई सीनियर आगू भी मौजूद सन। का रहने वाला और प्रदेश ਦੇ ਅੰਦਰ ਜ਼ਿਲ੍ਹਾ ਕਪੂਰਥਲੇ ਦੇ ਪ੍ਰਭਾਰੀ ਦੇ ਨਾਤੇ ਜ਼ਿੰਮੇਵਾਰੀ ਹੈ ਮੇਰੇ ਕੋਲ। ਅੱਜ ਅਸੀਂ ਇਹ ਬੈਠਕ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਦੀ ਰੱਖੀ ਹੈ। ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਬੈਠਕ ਅਸੀਂ 15 ਅਗਸਤ ਦੇਸ਼ ਦੀ ਆਜ਼ਾਦੀ ਨੂੰ 75 ਵਰੇ ਹੋ ਗਏ ਨੇ। ਕੇਂਦਰ ਦੀ ਸਰਕਾਰ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਆਹਵਾਨ ਕੀਤਾ ਹੈ ਕਿ ਇਸ ਆਜ਼ਾਦੀ ਨੂੰ ਜਿਨ੍ਹਾਂ ਹਜ਼ਾਰਾਂ ਲੱਖਾਂ ਲੋਕਾਂ ਨੇ ਸ਼ਹਾਦਤ ਦਿੱਤੀ ਹੈ ਉਹਨਾਂ ਨੂੰ ਨਮਨ ਕੀਤਾ ਜਾਵੇ ਔਰ ਘਰ ਘਰ ਦੇਸ਼ ਭਗਤੀ ਔਰ ਰਾਸ਼ਟਰ ਪ੍ਰੇਮ ਦੇ ਪ੍ਰਤੀ ਸਮਰਪਿਤ ਹੋ ਕੇ ਰਾਸ਼ਟਰ ਦਾ ਝੰਡਾ ਘਰ ਘਰ ਫਹਰਾਇਆ ਜਾਵੇ। ਅਸੀਂ ਉਸੇ ਤਿਆਰੀ ਦੇ ਅੰਦਰ ਇਹ ਬੈਠਕ ਰੱਖੀ ਹੈ ਔਰ ਸਾਨੂੰ ਖੁਸ਼ੀ ਹੈ ਕਿ ਕਾਰਜਕਰਤਾਵਾਂ ਦੇ ਅੰਦਰ ਜੋਸ਼ ਅਸੀਂ ਡਿਊਟੀਆਂ ਲਗਾਈਆਂ ਜਾ ਰਹੀਆਂ ਔਰ ਇਸ ਦੇ ਅੰਦਰ 13-14 ਪਿੰਡਾਂ ਦੇ ਕਾਰਜਕਰਤਾ ਜਿਹੜੇ ਪਿੰਡਾਂ ਦੇ ਆਗੂ ਸਾਥੀ ਨੇ ਉਹ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦੇ ਅੰਦਰ ਵਾਧਾ ਹੋ ਰਿਹਾ। ਭਾਰਤੀ ਜਨਤਾ ਪਾਰਟੀ ਅੱਜ ਕੇਂਦਰ ਦੇ ਅੰਦਰ ਵੀ ਸਰਕਾਰ ਦੇ ਅੰਦਰ ਹੈ, ਰਾਜਾਂ ਦੇ ਅੰਦਰ ਵੀ ਸਰਕਾਰ ਦੇ ਅੰਦਰ ਹੈ, ਲੇਕਿਨ कार्यकर्ता ਦੇ ਮਾਨ सम्मान ਨੂੰ ਹਮੇਸ਼ਾ ਨਾਲ ਰੱਖਦੀ ਹੈ। ਸਾਡੇ ਖੰਨਾ 'ਚ ਸੁਸਰੀ ਤੋਂ ਤੰਗ ਆਏ ਲੋਕਾਂ ਨੇ ਵੇਅਰ ਹਾਊਸ ਗੋਦਾਮ ਦੇ ਬਾਹਰ ਪੱਕਾ ਧਰਨਾ ਲਗਾਇਆ। ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਧਰਨੇ ਮੁਜ਼ਾਹਰੇ 'ਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਭਾਗ ਲਿਆ। ਸੁਸਰੀ ਦੇ ਕਾਰਨ ਬੱਚੇ ਬਜ਼ੁਰਗ ਬੇहद ਦੁਖੀ ਹਨ। ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੁਸਰੀ ਦੀ ਰੋਕਥਾਮ ਲਈ ਸਰਕਾਰ ਕੋਈ ਠੋਸ ਕਦਮ ਚੁੱਕੇ। ਕੀ ਅੱਜ ਜਿਹੜਾ ਹੈਗਾ ਧਰਨਾ ਦੇਣ ਦਾ ਕੀ ਕਾਰਨ ਹੈ ਇੱਥੇ ਪਿੰਡ ਰਹਾਉਣ 'ਚ ਜਿਹੜਾ ਦਿੱਤਾ ਹੈ? ਇਹ ਰਹਾਉਣ ਪਿੰਡ ਦੇ ਨਾਲ ਆਬਾਦੀ ਦੇ ਬਿਲਕੁਲ ਨਾਲ ਲੱਗਦੇ ਇੱਥੇ ਵੇਅਰ ਹਾਊਸ ਦੇ ਗੋਦਾਮ ਨੇ ਤੇ ਇਹਨਾਂ ਵਿੱਚ ਚਾਵਲ ਤੇ ਕਣਕ ਦਾ ਭੰਡਾਰ ਕੀਤਾ ਜਾਂਦਾ। ਪਰ ਅਫਸੋਸ ਦੀ ਗੱਲ ਹੈ ਕਿ ਇਹ ਗੋਦਾਮਾਂ ਬਣਿਆ ਹੁੰਦਾ 20-22 ਸਾਲ ਹੋ ਗਏ ਤੇ ਕਦੇ ਵੀ ਇੱਥੇ ਕੋਈ ਸਮੱਸਿਆ ਨਹੀਂ ਸੀ ਆਈ। ਪਰ ਪਿਛਲੇ 4 ਸਾਲ ਤੋਂ ਇੱਥੇ ਜਿਹੜੀ ਪ੍ਰਬੰਧਕ ਕਮੇਟੀ ਜਿਹੜੇ ਇੱਥੇ ਦੇ ਮੈਨੇਜਰ ਵਗੈਰਾ ਨੇ ਉਹ ਇੱਥੇ ਪ੍ਰਬੰਧ ਸਹੀ ਨਹੀਂ ਕਰ ਰਹੇ। ਮੈਨੂੰ ਲੱਗਦਾ ਕਿ ਇੱਥੇ ਜਿਹੜੀ ਦਵਾਈ ਆਉਂਦੀ ਹੈ ਲੱਖਾਂ ਰੁਪਏ ਦਵਾਈ ਦੇ ਆਉਂਦੇ ਨੇ ਪਰ ਇਹ ਦਵਾਈ ਇਹ ਅਨਾਜ ਦੇ ਉੱਪਰ ਛਿੜਕੀ ਨਹੀਂ ਜਾਂਦੀ ਜਿਸ ਕਾਰਨ ਇੱਥੇ ਸੁਸਰੀ ਪੈਦਾ ਹੁੰਦੀ ਹੈ ਤੇ ਉਹ ਪਿੰਡ ਵਿੱਚ ਲੋਕਾਂ ਦੇ ਘਰਾਂ ਵਿੱਚ ਵੜਦੀ ਹੈ, ਉਹਨਾਂ ਦੀਆਂ ਰਸੋਈਆਂ 'ਚ ਵੜਦੀ ਹੈ, ਉਹਨਾਂ ਦੇ ਖਾਣ ਪੀਣ ਦੇ ਸਮਾਨ 'ਚ ਵੜਦੀ ਹੈ ਜਿਹਦੇ ਨਾਲ ਉਹਨਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਦੇ ਵਿਰੋਧ ਵਿੱਚ ਇਹ ਧਰਨਾ ਲਾਇਆ ਹੈ। ਪਰ ਅਫਸੋਸ ਦੀ ਗੱਲ ਹੈ ਕਿ ਪਿੰਡ ਦੇ ਲੋਕ ਤਕਰੀਬਨ 2 ਮਹੀਨੇ ਤੋਂ ਖੱਜਲ ਖੁਆਰ ਹੋ ਰਹੇ ਨੇ ਤੇ ਇੱਥੇ ਧਰਨੇ ਲਾ ਰਹੇ ਨੇ। ਰੋਜ਼ ਪ੍ਰਬੰਧਕ ਕਮੇਟੀ ਨੂੰ ਮਿਲਦੇ ਨੇ, ਅਫਸਰਾਂ ਨੂੰ ਮਿਲਦੇ ਨੇ ਪਰ ਇਹਨਾਂ ਨੇ ਹਾਲੇ ਤੱਕ ਕੋਈ ਇਹਦਾ ਪ੍ਰਬੰਧ ਨਹੀਂ ਕੀਤਾ। ਇਹਨਾਂ ਨੇ ਦਵਾਈ ਵੀ ਜਿੱਦਣ ਇਹ ਲੋੜਾ ਪਾਉਂਦੇ ਨੇ ਉਦੋਂ ਥੋੜੀ ਜਿਹੀ ਦਵਾਈ ਛਿੜਕ ਦਿੰਦੇ ਨੇ, ਇੱਕ ਅੱਧਾ ਦਿਨ ਆਰਾਮ ਮਿਲਦਾ ਮੁੜ ਕੇ ਫੇਰ ਉਹੀ ਹਾਲ ਹੋ ਜਾਂਦਾ। ਤੇ ਮੈਂ ਇੱਥੇ ਇਸ ਦੇ ਪ੍ਰਬੰਧਕਾਂ ਨੂੰ ਵੇਅਰ ਹਾਊਸ ਦੇ ਪ੍ਰਬੰਧਕਾਂ ਨੂੰ ਜਿਹੜੀ ਆਪਣਾ ਵੇਅਰ ਹਾਊਸ ਕਾਰਪੋਰੇਸ਼ਨ ਦਾ ਚੇਅਰਮੈਨ ਨੂੰ ਮੈਂ ਅਪੀਲ ਕਰਦਾ ਕਿ ਉਹ ਅੱਜ ਹੀ ਆਪਣੇ ਸਾਰੇ ਅਫਸਰਾਂ ਨੂੰ ਕਹਿ ਕੇ ਇਹ ਜਿਹੜਾ ਗੋਦਾਮ ਨੇ ਇਹਨਾਂ ਵਿੱਚ ਪੂਰੀ ਤਰ੍ਹਾਂ ਦਵਾਈ ਪਵਾ ਕੇ ਇਹ ਸੁਸਰੀ ਦਾ ਅੰਤ ਕੀਤਾ ਜਾਵੇ ਤਾਂ ਜੋ ਜਿਹੜੇ ਲੋਕ ਨੇ ਮੁਸੀਬਤ ਦੇ ਵਿੱਚ ਆਏ ਹੋਏ ਨੇ ਉਹਨਾਂ ਦੀ ਮੁਸੀਬਤ ਦੂਰ ਕੀਤੀ ਜਾ ਸਕੇ। ਬੀਤੇ ਦਿਨੀ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਮਾਜਰਾ ਵੱਲੋਂ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ ਜਿਸ ਦੌਰਾਨ ਹਸਪਤਾਲ ਅੰਦਰ ਕਈ 29 ਪਾਈਆਂ ਗਈਆਂ ਸਨ। ਇੱਕ ਵਾਰਡ ਫਿਰ ਖਰਾਬ ਗੱਦਿਆਂ ਦੇ ਮਾਮਲੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਚੇਤਨ ਜੋੜਮਾਜਰਾ ਵਿਚਕਾਰ ਕਾਫੀ ਵਿਵਾਦ ਵੀ ਪੈਦਾ ਹੋਇਆ ਸੀ ਜੋ ਕਾਫੀ ਭਖਿਆ ਹੋਇਆ ਹੈ। ਇਸ ਮਾਮਲੇ ਵਿਚਕਾਰ ਹੁਣ ਸਿਹਤ ਮੰਤਰੀ ਚੇਤਨ ਸਿੰਘ ਜੋੜਮਾਜਰਾ ਵੱਲੋਂ ਪੱਤਾ ਖੇਡਿਆ ਗਿਆ ਜਿਸ ਤਹਿਤ ਉਹਨਾਂ ਵੱਲੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਨੰਬਰ ਆਪਣੇ ਨਿੱਜੀ ਖਾਤੇ ਵਿੱਚੋਂ 200 ਗੱਦੇ ਦਾਨ ਦੇ ਵਜੋਂ ਦਿੱਤੇ ਗਏ ਜਿਨ੍ਹਾਂ ਵਿੱਚ 80 ਗੱਦਿਆਂ ਦੀ ਪਹਿਲੀ ਖੇਪ ਅੱਜ ਫਰੀਦਕੋਟ ਪਹੁੰਚ ਗਈ ਹੈ। ਕੁਝ ਦਿਨ ਪਹਿਲਾਂ ਇੱਥੇ ਮੰਤਰੀ ਸਾਹਿਬ ਆਏ ਸੀ, ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ ਸੀ। ਉਹਦੇ 'ਚ ਪਾਇਆ ਗਿਆ ਸੀਗਾ ਕਿ ਗੱਦਿਆਂ ਦੀ ਹਾਲਤ ਬਹੁਤ ਮਾੜੀ ਹੈ। तो साडे नाल भी गल कीती सी उन्होंने, तो इस तो पता लग्या कि इत्थों दे सारे प्रशासन की बाई गुरदेव सिंह सेखों MLA साहब साडे मोलक जी हो गए ने, अपने कुलतार सिंह संधमा जी, ये सारे ने सांझे तौर पर बहुत बारी BC साहब नाल मीटिंगां कीतियां सीगियां कि थोड़ी जी हस्पताल की गद्दियां की बिड्डां की सारिਆਂ की हालत सुधारी जाए, पर इन्हां दे कोई कंन ते जू नहीं सिरक रही सी। फिर मंत्री साहब नाल जदों इत्थे आए तो थोड़ा जिहा
ਇਸ ਮਸਲੇ ਨੂੰ ਲੈ ਕੇ ਉਤਰਾਅ ਚੜ੍ਹਾਅ ਵੀ ਹੋਇਆ ਤਾਂ ਮੰਤਰੀ ਸਾਹਿਬ ਨੇ ਪਰਸਨਲੀ ਫੀਲ ਕੀਤਾ ਕਿ ਇਹਨੂੰ ਇਮੀਡੀਏਟਲੀ ਮੈਟਰ ਨੂੰ ਕਲੋਜ਼ ਕਰਨਾ, ਕਿਉਂਕਿ ਇਹ ਇੱਕ ਮਰੀਜ਼ਾਂ ਦੀ ਬਹੁਤ ਵੱਡੀ ਸਮੱਸਿਆ ਸੀ, ਕਿਉਂਕਿ ਗੱਦਿਆਂ ਦੀ ਹਾਲਤ ਬਹੁਤ ਨਾਜ਼ੁਕ ਸੀ। ਉਸ ਕਰਕੇ ਉਹਨਾਂ ਨੇ ਫਿਰ, ਕਿਉਂਕਿ ਵੀਸੀ ਸਾਹਿਬ ਨੂੰ ਜਦੋਂ ਵੀ ਅਸੀਂ ਕਹਿੰਦੇ ਗੱਦੇ ਚੇਂਜ ਕਰੋ, ਕਹਿੰਦੇ ਲੰਮਾ ਪ੍ਰੋਸੈਸ ਆ, ਪਾਸ ਹੋਊਗੇ ਉਹ ਹੋਊਗਾ, ਮਤਲਬ ਹਰੇਕ ਵਾਰੀ ਬਹਾਨੇਬਾਜ਼ੀ ਚੱਲਦੀ ਸੀਗੀ। ਉਸ ਚੀਜ਼ ਨੂੰ ਸੀਰੀਅਸਲੀ ਲੈਂਦੇ ਹੋਏ ਮੰਤਰੀ ਸਾਹਿਬ ਨੇ ਫਿਰ 200 ਗੱਦਾ ਹਸਪਤਾਲ ਲਈ ਪਰਸਨਲੀ ਆਪਦੇ ਕੋਲੋਂ ਡੋਨੇਟ ਕੀਤਾ, ਤਾਂ ਉਹ ਅੱਜ ਪਹੁੰਚਿਆ ਸਾਡੇ ਕੋਲ, ਤਾਂ ਲੋਕ ਵੀ ਖੁਸ਼ ਨੇ ਤੇ ਹਸਪਤਾਲ ਦੀ ਇੱਕ ਵਧੀਆ ਮਤਲਬ ਚੀਜ਼ ਵੀ ਬਣ ਗਈ। ਇਹ ਗੱਦੇ ਜਿਹੜੇ ਆ ਮਗਲੇ ਦਿਨਾਂ ਜਿਹਦਾ ਆਪ ਨੂੰ ਸਾਰੇ ਲੋਕਾਂ ਨੂੰ ਪਤਾ ਹੀ ਹੈ ਵੀ ਜਿਹੜੀ ਪ੍ਰੋਬਲਮ ਆਈ ਸੀਗੀ, ਇੱਕ ਚੈਕਿੰਗ ਹੋਈ ਸੀਗੀ ਵੀ ਹਸਪੀਟਲ ਦੇ ਪ੍ਰਬੰਧਾਂ ਨੂੰ ਲੈ ਕੇ ਆਪਣੇ ਸਿਹਤ ਮੰਤਰੀ ਨੇ, ਜਦੋਂ ਸਿਹਤ ਮੰਤਰੀ ਨੇ ਚੈੱਕ ਕੀਤਾ ਤਾਂ ਉਹ ਬਹੁਤਾਤ ਦੇ ਵਿੱਚ ਜਿਹੜੀ ਆਈ ਸੀਗੀ ਉਹ ਹਾਈਲਾਈਟ ਹੋਈ ਹੈ ਸੋਸ਼ਲ ਮੀਡੀਆ ਦੇ ਤੇ ਨਿਊਜ਼ ਦੇ ਥਰੂ, ਮਤਲਬ ਕਿ ਉਹ ਗੱਦੇ ਬਹੁਤ ਮਾੜੇ ਸੀ, ਜਿੱਥੇ ਆ ਕੇ ਬੇਸਰੀਰ ਦੇ ਆ ਕੇ ਉਹਨਾਂ ਨੇ ਪੈਣਾ, ਜਿੱਥੋਂ ਉਹਨਾਂ ਨੂੰ ਐਲਰਜੀ ਵਗੈਰਾ ਹੁੰਦੀ ਹੈ। ਇਸ ਮੰਗ ਨੂੰ ਲੈ ਕੇ, ਇਸ ਜਿਹੜੀ ਪ੍ਰੋਬਲਮ ਨੂੰ ਲੈ ਕੇ, ਆਪਣੇ ਜਿਵੇਂ ਪੰਜਾਬੀਆਂ ਦਾ ਸੁਭਾਅ ਹੈ ਵੀ ਸੇਵਾ ਦਾ, ਉਹਨਾਂ ਨੇ ਸੇਵਾ ਦੇ ਤਹਿਤ ਆਪਦੇ ਜਿਹੜੇ ਨਿੱਜੀ ਪਰਿਵਾਰਕ ਫੰਡ ਦੇ ਵਿੱਚੋਂ ਜਿਹੜੇ ਉਹਨਾਂ ਨੇ ਇਹ 200 ਗੱਦਾ ਡੋਨੇਟ ਕੀਤਾ ਹੈ। ਤੇ ਇਸੇ ਤਹਿਤ ਰਾਤ ਹੀ ਹੁਣ ਐਮਐਲਏ ਸਾਹਿਬ ਸਰਦਾਰ ਗੁਰਦਰਸ਼ਨ ਸੇਖੋਂ ਸਾਹਿਬ ਜੀ ਨਾਲ ਫੋਨ ਆਇਆ ਸੀਗਾ, ਉਹ ਕਹਿੰਦੇ ਆ ਵੀ 400 ਗੱਦਾ ਜਿਹੜੇ ਐਨਆਰਆਈ ਵੀਰ ਹੈ, ਜਿਹੜੇ ਪੰਜਾਬੀ ਜਿਹੜੇ ਫਰੀਦਕੋਟ ਨਾਲ ਸੰਬੰਧ ਰੱਖਦੇ ਆ, ਉਹਨਾਂ ਨੇ ਉੱਥੇ ਇੱਕ ਐਸੋਸੀਏਸ਼ਨ ਬਣੀ ਵੀ ਹੈ ਅਮਰੀਕਾ ਦੇ ਵਿੱਚ ਸਿੱਖਾਂ ਦੀ, ਉਹ ਇਕੱਠੇ ਹੋਏ ਆ। ਉਹਨਾਂ ਨੇ ਕਿਹਾ ਵੀ 400 ਗੱਦਾ ਸਾਡੇ ਵੱਲੋਂ ਵੀ ਹੈ, ਉਹ ਕੁਝ ਹਫ਼ਤੇ 2 ਹਫ਼ਤੇ ਦੇ ਵਿੱਚ ਉਹ 400 ਗੱਦਾ ਉਹਨਾਂ ਵੱਲੋਂ ਵੀ ਪਹੁੰਚ ਰਿਹਾ। ਅੱਜ ਹੁਸ਼ਿਆਰਪੁਰ ਵਿੱਚ ਪੰਜਾਬ ਪ੍ਰਾਪਰਟੀ ਅਤੇ ਪ੍ਰਾਪਰਟੀ ਐਸੋਸੀਏਸ਼ਨ ਦੀ ਤਹਿਸੀਲ ਪੱਧਰ ਤੇ ਹੁਸ਼ਿਆਰਪੁਰ ਦੀ ਤਹਿਸੀਲ ਵਿੱਚ ਜ਼ਿਲ੍ਹਾ ਪ੍ਰਧਾਨ ਕੁਲਦੀਪ ਤਿਵਾੜੀ ਦੀ ਅਗਵਾਈ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਸਟੈਂਪ ਬੈਂਡਰਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪਵਨ ਕਾਲੀਆ, ਤਹਿਸੀਲ ਆਰਕੀਟੈਕਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਸ਼ਾਮਿਲ ਹੋਏ। ਤਹਿਸੀਲ ਕੰਪਲੈਕਸ ਮੌਜੂਦ ਹਾਂ। ਮੈਂ ਪੰਜਾਬ ਕੋਲੋਨਾਈਜ਼ਰ ਐਂਡ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਪੰਜਾਬ ਦੀ ਜਿਹੜੀ ਹੈਗੀ ਉਹਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਕੁਲਦੀਪ ਤਿਵਾੜੀ। ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ ਕਿ ਸਾਡੇ ਪੰਜਾਬ ਤੋਂ ਐਸੋਸੀਏਸ਼ਨ ਨੇ ਕਾਲ ਦਿੱਤੀ ਹੈ ਕਿ ਸਾਡੀਆਂ ਕੁਝ ਡਿਮਾਂਡਸ ਆ ਜਿਹੜੀਆਂ ਸਰਕਾਰ ਇਸ ਵੇਲੇ ਮੰਨ ਨਹੀਂ ਰਹੀ, ਜਿਹਦੇ ਕਰਕੇ ਪ੍ਰਾਪਰਟੀ ਦਾ ਸਾਰਾ ਕਾਰੋਬਾਰ ਬੰਦ ਹੋਇਆ ਪਿਆ, ਠੱਪ ਹੋਇਆ ਪਿਆ। ਇਕੱਲਾ ਪ੍ਰਾਪਰਟੀ ਕਾਰੋਬਾਰ ਹੀ ਨਹੀਂ ਇਫੈਕਟ ਹੋਏ, ਲੀਡ ਰਾਈਟਰ, ਸਟੈਂਪ ਵੈਂਡਰ, ਆਰਕੀਟੈਕਟ ਮੁੰਡੇ ਜਿਹੜੇ ਕੰਮ ਕਰਦੇ ਆ, ਈਵਨ ਕੰਸਟਰਕਸ਼ਨ ਵਰਕਰ, ਕੰਟਰੈਕਟਰਸ, ਉਹਦਾ ਸਾਰੇ ਸੁਸਾਇਟੀ 'ਚ ਅਸਰ ਜਾ ਰਿਹਾ। ਸਾਡੀ ਸਰਕਾਰ ਨੂੰ ਬੇਨਤੀ ਆ ਕਿ ਸਾਡੀਆਂ ਜੈਨੂਅਨ ਡਿਮਾਂਡ ਜਿਹੜੀਆਂ ਉਹਨਾਂ ਨੂੰ ਮੰਨ ਕੇ, ਜਿੱਦਾਂ ਕਿ ਐਨਓਸੀ ਦਾ ਕਾਊਂਟਰ ਜਿਹੜਾ ਤਹਿਸੀਲ 'ਚ ਹੀ ਲਾਇਆ ਜਾਵੇ ਤਾਂ ਕਿ ਐਨਓਸੀ ਔਨ ਦਾ ਸਪੌਟ ਹੋਵੇ ਤੇ ਕਾਰੋਬਾਰ ਸ਼ੁਰੂ ਹੋ ਸਕੇ। ਪੰਜਾਬ ਵਿੱਚ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲੋਕਾਂ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਗੜਸ਼ੰਕਰ ਦੇ ਨੰਗਲ ਰੋਡ ਤੇ ਸਥਿਤ ਫੈਸ਼ਨ ਕਲੱਬ ਕੱਪੜੇ ਦੀ ਦੁਕਾਨ ਤੇ ਚੋਰਾਂ ਵੱਲੋਂ ਬੀਤੀ ਰਾਤ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿੰਨਾ ਵੀ ਕੀਮਤੀ ਜੀਨ, ਪਾਰਟੀ ਵੇਅਰ ਤੇ ਟੀ-ਸ਼ਰਟ ਜਿਹਨੇ ਕੋਸਟਲੀ ਸਾਰੀ ਚੀਜ਼ਾਂ ਹੁਣ ਤੱਕ ਇੱਕਦਮ ਸਾਫ਼ ਕਰ ਦਿੱਤੀ। ਸਰ ਤਕਰੀਬਨ ਕਿੰਨੇ ਘਰ ਤੁਹਾਡਾ ਨੁਕਸਾਨ ਹੋ ਗਿਆ? 1.5-2 ਲੱਖ ਦਾ ਨੁਕਸਾਨ ਹੋਇਆ। ਕਿੰਨਾ ਚਿਰ ਹੋਇਆ ਸੀ ਸਮਾਨ ਪਾਏ ਨੂੰ? ਪੂਰੀ 15 ਮਹੀਨਾ ਮਸੀ ਹੋਇਆ ਜੀ। ਹੁਣ ਅਸੀਂ ਇਸ ਕਰਕੇ ਪਹਿਲਾਂ ਤਾਂ ਕੰਮ ਦੇ ਹਾਲਾਤ ਮਾੜੇ ਆ, ਹੁਣ ਸੋਚਿਆ ਸੀ ਵੀ ਰੱਖਣੇ ਸੀਜ਼ਨ ਆਦਾ, ਅਸੀਂ ਸਮਾਨ ਪਾਇਆ ਸੀ। ਲੁਧਿਆਣਾ ਦੇ ਥਾਣਾ ਮਿਹਰਬਾਨ ਦੇ ਇਲਾਕਾ ਜ਼ੀਰਕਪੁਰ ਦੀ ਰਹਿਣ ਵਾਲੀ ਕਿਰਨ ਬਾਲਾ ਨੇ ਆਪਣੇ ਘਰ ਵਾਲੇ ਉੱਪਰ ਮਾਰ-ਕੁੱਟ ਨਾਲ ਪੇਟ ਵਿੱਚ ਪਲ ਰਹੇ 2-2.5 ਮਹੀਨੇ ਦਾ ਬੱਚਾ ਖਰਾਬ ਹੋਣ ਦੇ ਆਰੋਪ ਲਗਾਏ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇਸ ਦਾ ਇਲਾਜ ਚੱਲਿਆ। ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸਰ ਮੇਰਾ ਨਾਮ ਕਿਰਨ ਬਾਲਾ ਜੀ। ਇਹ ਜੋ ਮਾਮਲਾ ਸੀ ਸਰ, ਮੇਰਾ ਘਰ ਵਾਲਾ ਕ੍ਰਿਮੀਨਲ ਬੰਦਾ ਸੀ ਜੀ। ਉਹਦੇ ਪ੍ਰੂਫ ਨੇ ਮੇਰੇ ਕੋਲੇ, ਫੋਟੋਆਂ ਨੇ ਸਰ। ਉਹਦੇ ਤੇ ਪਰਚਾ ਹੋਇਆ ਸੀ ਜੀ। ਅੱਜ ਤੋਂ 12 ਸਾਲ ਮੇਰੀ ਮੈਰਿਜ ਨੂੰ ਹੋ ਗਿਆ। ਉਹਨੇ ਬਾਹਰ ਹੋਰ ਜਨਾਨੀ ਰੱਖੀ ਹੋਈ ਸੀ, ਉਹਦੇ ਨਾਲ ਗਲਤ ਰਿਲੇਸ਼ਨ ਸੀ ਉਹਦੇ ਸਰ। ਉਹਦੀ ਚੱਕ 'ਚ ਆ ਕੇ ਉਹ ਮੈਨੂੰ ਮਾਰ ਕੁੱਟ ਕਰਦਾ 12 ਸਾਲਾਂ ਤੋਂ ਹੀ ਸਰ। ਇਹਦੇ ਤੇ ਭਰੂਣ ਹੱਤਿਆ ਦਾ ਕੇਸ ਸੀ। ਮੇਰਾ ਬੱਚਾ ਯਾਨੀ ਕਿ ਪੇਟ 'ਚ ਹੀ ਉਹਨੇ ਮਾਰਤਾ ਸੀ। ਮੈਨੂੰ ਮਾਰ ਕੁੱਟ ਕਰਕੇ ਗਏ ਆ। ਮੌਕੇ ਤੇ ਪੁਲਿਸ ਵੀ ਆਈ ਆ, ਕਾਰਵਾਈ ਇਹਨਾਂ ਨੇ ਕੋਈ ਨਹੀਂ ਕੀਤੀ ਸਰ। ਮੈਂ FRI ਕਟਵਾਈ ਆ, ਪਰਚਾ ਵੀ ਕਰਵਾਇਆ। ਇਹਨਾਂ ਨੇ ਬੰਦਿਆਂ ਨੂੰ ਲੈ ਕੇ ਉੱਥੋਂ ਚੱਕ ਕੇ ਲਿਆਏ ਆ ਸਰ। ਸਵੇਰੇ ਇਹਨਾਂ ਨੇ ਉਹਨਾਂ ਤੋਂ ਬਾਅਦ ਦੇ ਵਿੱਚ ਪੈਸੇ ਲੈ ਕੇ ਉਹ ਬੰਦੇ ਭਜਾ ਦਿੱਤੇ ਸਰ। ਕਿਹੜੇ ਥਾਣੇ ਵਾਲੇ ਲੈ ਕੇ ਆਏ? ਮਿਹਰਬਾਨ ਥਾਣੇ ਵਾਲੇ ਅਰੁਣ ਸਰ ਹੈ ਜੀ। ਉਹਨਾਂ ਨੇ ਮੇਰੇ ਤੋਂ 30,000 ਰੁਪਈਆ ਲਿਆ ਜੀ। ਉਹਨਾਂ ਨੂੰ ਗੂਗਲ ਪੇ ਕੀਤਾ ਆ। ਉਹਨਾਂ ਨੇ ਕਿਹਾ ਸੀ ਅਸੀਂ ਜਿੱਦਾਂ ਤੂੰ ਕਹੇਂਗੀ ਉੱਦਾਂ ਹੀ ਕਾਰਵਾਈ ਹੋਊਗੀ ਸਰ। ਉਹ ਮੌਕੇ ਤੇ ਲੈ ਕੇ ਉਹਨਾਂ ਤੋਂ ਪੈਸੇ ਖਾ ਕੇ ਉਹਨਾਂ ਨੂੰ ਚੱਲਦੀ ਗੱਡੀ 'ਚ ਬਿਠਾਇਆ ਸਰ। ਮੇਰੇ ਸਾਹਮਣੇ ਸੜਕ ਦੇ ਉੱਤੇ ਮੇਰੇ ਨਾਲ ਹੱਥ ਪਾਈ ਕੀਤੀ ਆ ਮੇਰੇ ਘਰ ਵਾਲੇ ਨੇ। ਸਰ ਮੇਰੇ ਹਸਬੈਂਡ ਨੇ ਕੀਤੀ। ਉਹਨਾਂ ਨੇ ਮੇਰਾ ਫੋਨ ਛੀਨਣ ਦੀ ਕੋਸ਼ਿਸ਼ ਕੀਤੀ ਆ ਔਰ ਮੈਨੂੰ ਧੱਕੇ ਦਿੱਤੇ ਆ। ਇੱਥੋਂ ਚੱਲਦੀ ਗੱਡੀ ਸਰ, ਸੜਕ ਤੋਂ ਮੇਰੇ ਸਾਹਮਣੇ ਚੱਲਦੀ ਗੱਡੀ 'ਚ ਚੜ੍ਹ ਗਏ ਉਹ। ਅਰੁਣ ਸਰ ਵੀ ਮਗਰੀ ਸੀ ਉਹਨਾਂ ਦੇ, ਉਹਨਾਂ ਨੇ ਭਜਾ ਦਿੱਤਾ। ਹਾਂਜੀ ਸਰ ਮੌਕੇ ਤੇ ਪੁਲਿਸ ਸੀਗੀ ਅੰਦਰ ਵੀ।
ਅੰਦਰ ਵੀ ਮੁਲਾਜ਼ਮ ਸੀ ਸਰ, ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ। ਅਰੁਣ ਸਰ ਦੇ ਨਾਲ ਇੱਕ ਹੋਰ ਸੀਗਾ, ਉਹ ਇਧਰੋਂ ਮਗਰੀ ਉਹਨਾਂ ਦੀ ਗੱਡੀ ਦੇ ਨਾਲ ਚਲੇ ਗਏ। ਤੇ ਇਹੀ ਬੰਦੇ ਕੱਲ ਚੁੱਕਣ ਗਏ ਸੀਗੇ, ਅੱਜ ਤੜਕੇ ਚੁੱਕਣ ਗਏ ਸੀਗੇ ਇਹਨਾਂ ਨੂੰ? ਹਾਂਜੀ ਸਰ, ਇਹੀ ਬੰਦੇ ਚੱਕ ਕੇ ਲੈ ਕੇ ਆਏ ਸਰ। ਇੰਨਾ ਮੇਰਾ ਇਹਨਾਂ ਨੇ ਖਰਚਾ ਕਰਵਾਤਾ। ਕਿੱਥੋਂ ਚੁੱਕ ਕੇ ਲੈ ਕੇ ਆਏ ਸਰ ਬਰਨਾਲੇ ਤੋਂ ਅੱਗੇ ਪਿੰਡ ਪੈਂਦਾ ਕਾਲੇ ਕੀ ਸਿਰਿਆ ਪੱਤੀ, ਉੱਥੋਂ ਚੱਕ ਕੇ ਲੈ ਕੇ ਆਏ ਆ ਸਰ। ਪਹਿਲਾਂ ਕਹਿੰਦੇ ਸੀ ਅਸੀਂ ਸਰਕਾਰੀ ਗੱਡੀ ਲੈ ਕੇ ਜਾਵਾਂਗੇ ਸਰ, ਉਸ ਤੋਂ ਬਾਅਦ ਇਹ ਮੈਨੂੰ ਕਹਿੰਦੇ ਵੀ ਤੂੰ ਗੱਡੀ ਕਰਵਾ ਲਾ ਸਰ। ਖੜੇ ਪੈਰ ਮੈਂ 10,000 ਦਾ ਉਹ ਖਰਚਾ ਕੀਤਾ। ਇਹਨਾਂ ਨੇ ਜੇ ਖਰਚਾ ਕਰਵਾਉਣਾ ਸੀ ਸਰ, ਫਿਰ ਬੰਦੇ ਕਿਉਂ ਚੱਕ ਕੇ ਲੈ ਕੇ ਆਏ ਆ? ਕਿਸ ਮਾਮਲੇ 'ਚ ਚੁੱਕਣਗੇ ਸੀ ਸਰ? ਇਹਨਾਂ ਤੇ ਇਹਦੇ ਪਰਚਾ ਸੀ ਸਰ, ਮੇਰਾ ਬੱਚਾ ਖਰਾਬ ਕਰਤਾ ਸੀ ਇਹਨੇ। ਮੈਂ ਪ੍ਰੈਗਨੈਂਟ ਸੀ 3 ਮਹੀਨੇ ਤੋਂ। ਇਹਨਾਂ ਨੇ ਮੈਨੂੰ ਮਾਰ ਕੁੱਟ ਕਰਕੇ ਮੇਰਾ ਅਬੋਰਸ਼ਨ ਹੋਇਆ ਸਿਵਲ ਹਸਪਤਾਲ 'ਚ। ਵਿਧਾਨ ਸਭਾ ਦਸੂਹਾ ਦੇ ਪਿੰਡ ਦਾਤਾਰਪੁਰ ਦੀ 5 ਸਾਲਾ ਬੇਟੀ ਅਵਨੀ ਮਹਾਜਨ ਨੇ ਛੋਟੀ ਉਮਰ ਵਿੱਚ ਵੱਡਾ ਰਿਕਾਰਡ ਬਣਾ ਦਿੱਤਾ। ਅਵਨੀ ਨੇ ਵਰਲਡ ਜੀਨੀਅਸ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਆਪਣਾ ਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਵਧੇਰੇ ਜਾਣਕਾਰੀ ਦਿੰਦੇ ਹੋਏ ਅਵਨੀ ਦੀ ਮਾਂ ਖੁਸ਼ਬੂ ਮਹਾਜਨ ਨੇ ਦੱਸਿਆ ਕਿ ਅਵਨੀ ਦੇ ਪਿਤਾ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਇਸ ਰਿਕਾਰਡ ਵਿੱਚ ਭਾਗ ਲੈਣ ਦੌਰਾਨ ਅਵਨੀ ਨੇ 4 ਮਿੰਟ 57 ਸੈਕਿੰਡ ਵਿੱਚ 33 ਕਵਿਤਾਵਾਂ ਸੁਣਾ ਕੇ ਇਸ ਰਿਕਾਰਡ ਨੂੰ ਆਪਣੇ ਨਾਮ ਕੀਤਾ ਹੈ। ਲੱਗਦਾ ਪਿਆ ਕਿ ਅਵਨੀ ਨੇ ਵਰਲਡ ਜੀਨੀਅਸ ਰਿਕਾਰਡ ਆਪਣਾ ਬਣਾਇਆ ਤੇ ਦੁਨੀਆ ਲਈ ਇੱਕ ਮਿਸਾਲ ਪੈਦਾ ਕੀਤੀ ਹੈ ਕਿ ਹੋਰ ਵੀ ਜਿੰਨੇ ਬੱਚੇ ਆ ਜਿਨ੍ਹਾਂ ਵਿੱਚ ਹੁਨਰ ਹੈਗਾ ਉਹ ਅੱਗੇ ਆਣ ਤੇ ਆਪਣਾ ਹੁਨਰ ਆਨਲਾਈਨ ਦੇ ਕੇ ਆਪਣਾ ਵੀ ਰਿਕਾਰਡ ਕਾਇਮ ਕਰ ਸਕਦੇ ਆ। ਇਸ ਤਰ੍ਹਾਂ ਮੈਂ ਕਹਿੰਦੀ ਆ ਕਿ ਸਾਰੇ ਬੱਚਿਆਂ ਨੂੰ ਜਿਨ੍ਹਾਂ ਵਿੱਚ ਟੈਲੈਂਟ ਹੈ ਨਾ, ਉਹਨਾਂ ਨੂੰ ਆਪਣਾ ਟੈਲੈਂਟ ਛੁਪਾਉਣਾ ਨਹੀਂ ਚਾਹੀਦਾ ਤੇ ਅੱਗੇ ਆ ਕੇ ਵਧਣਾ ਚਾਹੀਦਾ ਹੈ। ਅਵਨੀ ਨੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਕੈਪੀਟਲ ਤੇ ਰਿਕਾਰਡ ਬਣਾਇਆ ਸੀ। ਇਹਨੇ ਕੈਪੀਟਲਸ ਬੋਲੀਆਂ ਸੀ ਸਾਰੇ ਦੇਸ਼ ਦੀਆਂ ਤੇ ਉਹਦੇ ਵਿੱਚ ਰਿਕਾਰਡ ਬਣਾਇਆ। ਹੁਣ ਅਵਨੀ ਨੇ ਪੋਇਮਸ ਵਿੱਚ ਰਿਕਾਰਡ ਬਣਾਇਆ ਵਰਲਡ ਜੀਨੀਅਸ ਰਿਕਾਰਡ ਵਿੱਚ। ਇਹ ਆਨਲਾਈਨ ਹੁੰਦਾ ਮੁਕਾਬਲਾ। ਇਹਦੇ ਵਿੱਚ ਹੀ ਮਤਲਬ ਇੱਕ ਬੇਟੀ ਨੇ ਉਹਦੇ ਵਿੱਚ ਬੋਲੇ ਹੋਏ ਸੀ 5 ਮਿੰਟਸ 'ਚ 30 ਪੋਇਮਸ ਬੋਲੀਆਂ ਹੋਈਆਂ ਸੀ। ਇਹਨੇ 4 ਮਿੰਟ 57 ਸੈਕਿੰਡ 'ਚ 33 ਪੋਇਮਸ ਬੋਲ ਕੇ ਉਹਦਾ ਰਿਕਾਰਡ ਤੋੜਿਆ ਤੇ ਆਪਣਾ ਨਾਮ ਉਹਦੇ ਵਿੱਚ ਦਰਜ ਕਰਵਾਇਆ ਵਰਲਡ ਜੀਨੀਅਸ ਰਿਕਾਰਡ ਵਿੱਚ। ਖੁਸ਼ੀ ਹੈ, ਇੰਨੀ ਖੁਸ਼ੀ ਹੈ ਕਿ ਅਸੀਂ ਬਤਾ ਨਹੀਂ ਸਕਦੇ ਵੀ ਸਾਡੀ ਬੇਟੀ ਨੇ ਸਾਡਾ ਇੰਨਾ ਨਾਂ ਰੋਸ਼ਨ ਕੀਤਾ ਵੀ ਸਾਨੂੰ ਬਹੁਤ ਖੁਸ਼ੀ ਹੈ ਇਹਦੇ ਨਾਮ ਰੋਸ਼ਨ ਕਰਨ 'ਤੇ ਵੀ ਇੰਨੇ ਖੁਸ਼ ਹਾਂ ਅਸੀਂ ਬਹੁਤ ਜ਼ਿਆਦਾ। ਅੱਜ ਹੁਸ਼ਿਆਰਪੁਰ ਵਿੱਚ ਕੀਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਹੁਸ਼ਿਆਰਪੁਰ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰਦਿਆਂ ਹੋਇਆਂ ਪੰਜਾਬ ਸਰਕਾਰ ਅਤੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜਿਵੇਂ ਕਿਸਾਨ ਮੰਤਰੀ ਜਿੰਪਾ ਦੇ ਘਰ ਦਾ ਘਿਰਾਓ ਕਰਨ ਲਈ ਰਵਾਨਾ ਹੋਏ ਤਾਂ ਪੁਲਿਸ ਵੱਲੋਂ ਕਿਸਾਨਾਂ ਨੂੰ ਅੱਧ ਵਿਚਕਾਰ ਹੀ ਬੈਰੀਗੇਡ ਲਗਾ ਕੇ ਰੋਕ ਲਿਆ ਗਿਆ ਤੇ ਅੱਗੇ ਵਧਣ ਨਹੀਂ ਦਿੱਤਾ ਗਿਆ। ਜਿੰਪਾ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸੀ, ਪੁਲਿਸ ਨੇ ਰਾਹ 'ਚ ਹੀ ਰੋਕ ਲਿਆ। ਅੱਜ ਦਾ ਸਾਡਾ ਇਹ ਪ੍ਰੋਗਰਾਮ ਸੀਗਾ ਜੀ, ਅਸੀਂ ਪਿਛਲੇ ਮਹੀਨੇ 30 ਤਰੀਕ ਨੂੰ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਖਾਤਰ ਚੰਡੀਗੜ੍ਹ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਸੀਗਾ। ਉਸ ਵੇਲੇ ਵੀ ਜਿਹੜਾ ਸਰਕਾਰ ਨੇ ਸਾਨੂੰ ਚੰਡੀਗੜ੍ਹ ਜਿਹੜਾ ਨਹੀਂ ਪਹੁੰਚਣ ਦਿੱਤਾ ਸੀ ਤਾਂ ਸਰਕਾਰ ਨੇ ਸਾਡੇ ਨਾਲ ਜਿਹੜੀ ਆ ਉਹ ਮੀਟਿੰਗ ਰੱਖੀ ਸੀ, ਪਰ ਉਹ ਮੀਟਿੰਗ ਵਿੱਚ ਮੁੱਖ ਮੰਤਰੀ ਆਪ ਨਹੀਂ ਸੀ ਆਇਆ, ਆਪਣੇ ਸੈਕਟਰੀ ਭੇਜਦੇ ਸੀ ਜਿਹਦਾ ਅਸੀਂ ਬਾਈਕਾਟ ਕੀਤਾ ਸੀਗਾ। ਸੋ ਅੱਜ ਅਸੀਂ ਵੱਖੋ ਵੱਖਰੇ ਸਾਰੇ ਪੰਜਾਬ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਮੋਟਰਸਾਈਕਲ ਮਾਰਚ ਕਰਕੇ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਐਮਐਲਏ ਐਮਪੀਆਂ ਤੇ ਮੰਤਰੀਆਂ ਦੇ ਘਰਾਂ ਵੱਲ ਜਿਹੜਾ ਉਹ ਮਾਰਚ ਕਰਨਾ ਸੀਗਾ। ਸੋ ਅਸੀਂ ਇਹ ਸੋਚਿਆ ਸੀ ਹੁਸ਼ਿਆਰਪੁਰ ਵੱਲੋਂ ਕਿ ਜਿੰਪਾ ਸਾਹਿਬ ਸਾਡੇ ਮੰਤਰੀ ਆ, ਸੋ ਆਪਾਂ ਇਹਨਾਂ ਨੂੰ ਜਿਹੜਾ ਉਹ ਯਾਦ ਪੱਤਰ ਦੇਣਾ ਸੀ। ਜਿੰਪਾ ਸਾਹਿਬ ਜਿਹੜੇ ਸਾਨੂੰ ਮਿਲੇ ਨਹੀਂ, ਸੋ ਇਸ ਕਰਕੇ ਅਸੀਂ ਤਹਿਸੀਲਦਾਰ ਸਾਹਿਬ ਦੇ ਉਹਨਾਂ ਦੇ ਰਾਹੀਂ ਆਪਾਂ ਇਹਨਾਂ ਨੂੰ ਯਾਦ ਪੱਤਰ ਦਿੱਤਾ। ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਆ ਜੀ। ਨਹਿਰਾਂ ਦੇ ਖਾਲੇ ਜਿਹੜੇ ਆ ਥੱਲੇ ਆ ਜਿਹੜੇ ਉਹ ਸਰਕਾਰ ਨੇ 22 ਤਰੀਕ ਦੀ ਮੀਟਿੰਗ ਵਿੱਚ ਮੰਨਿਆ ਸੀ ਕਿ ਕੱਚੇ ਰੱਖਾਂਗੇ। ਉਹਦੇ ਬਾਰੇ ਅਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ। ਉਹ ਨੋਟੀਫਿਕੇਸ਼ਨ ਜਾਰੀ ਕਰੇ। ਜਿਹੜੀਆਂ ਫੈਕਟਰੀਆਂ ਵਾਲੇ ਇੰਡਸਟਰੀਆਂ ਵਾਲੇ ਪੰਜਾਬ ਦੇ ਦਰਿਆਵਾਂ ਵਿੱਚ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਗੰਦਾ ਪਾਣੀ ਪਾ ਰਹੇ ਆ, ਉਹ ਤੁਰੰਤ ਬੰਦ ਕੀਤਾ ਜਾਵੇ। ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ। ਹਰੇਕ ਨਹਿਰ ਦੇ ਮੋਗੇ ਦੇ ਉੱਤੇ ਜਿਹੜੇ ਆ ਉਹ ਰਿਚਾਰਜ ਪੁਆਇੰਟ ਰੱਖਣੇ ਚਾਹੀਦੇ ਆ ਤਾਂ ਕਿ ਜਦੋਂ ਪਾਣੀ ਦੀ ਲੋੜ ਨਾ ਹੋਵੇ ਉਹ ਪਾਣੀ ਜਿਹੜਾ ਧਰਤੀ ਦੇ ਵਿੱਚ ਜਿਹੜਾ ਰਿਚਾਰਜ ਕੀਤਾ ਜਾਵੇ। ਰੂਪਨਗਰ ਇੱਕ ਵੱਡੇ ਸਰਕਾਰ ਤੋਂ ਮਾਨਤਾ ਪ੍ਰਾਪਤ ਸਕੂਲ ਦੇ ਬਾਹਰ ਹੋਏ ਅੱਜ ਸਵੇਰੇ ਫੇਰ ਹੰਗਾਮੇ ਦਾ ਮਾਮਲਾ ਵਿਦਿਆਰਥਣਾਂ ਦੇ ਨਾਲ ਛੇੜਛਾੜ ਨਾਲ ਸੰਬੰਧਿਤ ਰਿਹਾ। ਇਸ ਮਾਮਲੇ ਦੇ ਵਿੱਚ ਬੀਤੇ ਦਿਨ ਕਾਰਵਾਈ ਕਰਦੇ ਹੋਏ ਸਕੂਲ ਪ੍ਰਬੰਧਕਾਂ ਵੱਲੋਂ ਸੰਬੰਧਿਤ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਲੇਕਿਨ ਅੱਜ ਵਿਦਿਆਰਥੀਆਂ ਦੇ ਪਰਿਜਨਾਂ ਵੱਲੋਂ ਸਕੂਲ ਦੇ ਬਾਹਰ ਬੈਠ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ। ਵਿਦਿਆਰਥੀਆਂ ਦੇ ਪਰਿਜਨਾਂ ਦੀ ਮੰਗ ਸੀ ਕਿ ਸਕੂਲ ਪ੍ਰਸ਼ਾਸਨ ਕੇਵਲ ਇੱਕ ਟੀਚਰ ਉੱਤੇ ਕਾਰਵਾਈ ਨਾ ਕਰੇ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਪ੍ਰਿੰਸੀਪਲ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਹੰਗਾਮੇ ਨੂੰ ਦੇਖਦਿਆਂ ਹੋਇਆਂ ਸਕੂਲ ਮੈਨੇਜਮੈਂਟ ਵੱਲੋਂ ਪ੍ਰਿੰਸੀਪਲ ਨੂੰ ਵੀ ਛੁੱਟੀ ਉੱਤੇ ਭੇਜ ਦਿੱਤਾ ਗਿਆ। ਬਕਾਇਦਾ ਜਿਹੜਾ ਆਪਣਾ ਡੀਪੀ ਦਾ ਉਹ ਕਿਸੇ ਨੂੰ ਕੁੱਟਦਾ ਮਾਰਦਾ ਦਾ ਜਾਂ ਦਸਤਾਰ ਪਰ ਹੱਥ ਚੱਕਦਾ ਦਾ, ਉਹ ਅੱਜ ਤੇ ਉਹਨੇ ਲਿਖ ਕੇ ਦਊਂਗਾ ਸਾਨੂੰ ਵੀ ਇਹ ਮੁੜ ਕੇ ਕੰਮ ਨਹੀਂ ਆਊਗਾ। ਕਿਸੇ ਨੂੰ ਮੈਂ ਕੁੱਟੂੰਗਾ ਮਾਰੂੰਗਾ ਨਹੀਂ, ਬਕਾਇਦਾ ਦਸਤਾਰ ਨੂੰ ਹੱਥ ਨਹੀਂ ਪਾਊਂਗਾ। ਜੇ ਉਹਨੇ ਮੁੜ ਕੇ ਦਸਤਾਰ ਨੂੰ ਹੱਥ ਪਾਇਆ ਸਾਡੇ ਵੱਲੋਂ ਕਾਰਵਾਈ ਹੋਊਗੀ। ਇਹ ਪ੍ਰਸ਼ਾਸਨ ਕੋਲ ਨਹੀਂ ਜਾਣਾ। ਫਿਰ ਮੈਨੇਜਰ ਸਾਹਿਬ ਤੇ ਮੈਂ ਐਜੂਕੇਸ਼ਨ ਐਡਵਾਈਜ਼ਰ ਹੈ ਸਕੂਲ ਦਾ, ਮੈਂਬਰ ਹੈ ਮੈਂ ਪ੍ਰਿੰਸੀਪਲ ਚਕਵਾਲ ਨੈਸ਼ਨਲ ਕਰਵਾਲੀ ਹੈ ਤੇ ਮੈਂ ਵੀ ਸਕੂਲ ਦਾ ਮੈਂਬਰ ਹੈ। ਤੇ ਅਸੀਂ ਕੱਲ ਆ ਕੇ 5 ਘੰਟੇ ਲਗਾ ਕੇ ਇਹ ਸਾਰੀ कार्रवाई करके ये
ਉਹਨੂੰ ਅਸੀਂ ਸਸਪੈਂਡ ਕਰਤਾ ਔਰ ਸਸਪੈਂਸ਼ਨ ਤੋਂ ਬਾਅਦ ਉਹ ਡਿਸਮਿਸ ਵੀ ਹੋਊਗਾ ਐਜ ਐਂਡ ਵੈਨ ਦਾ ਕੋਰਟ ਵਿਲ ਕੇਸ ਵਿਲ ਗੋ ਟੂ ਦਾ ਕੋਰਟ। ਪ੍ਰਿੰਸੀਪਲ ਮੈਡਮ ਨੂੰ ਅਸੀਂ ਅੱਜ ਉਹਨਾਂ ਨੂੰ ਸਸਪੈਂਡ ਕਰਤਾ ਤੇ ਉਹਦਾ ਜਿਹੜਾ ਆਪਣਾ ਇੰਚਾਰਜ ਬਣਾਤਾ ਅਸੀਂ ਆਫੀਸੀਏਟਿੰਗ ਇੰਚਾਰਜ ਉਹ ਸਰਦਾਰ ਇਕਬਾਲ ਸਿੰਘ ਹੈ ਜਿਹੜੇ ਕਿ ਸੀਨੀਅਰ ਟੀਚਰ ਹੈ ਪੰਜਾਬੀ ਦੇ ਸੀਨੀਅਰ ਟੀਚਰ ਇੱਥੇ, ਉਹਨਾਂ ਨੂੰ ਇੰਚਾਰਜ ਬਣਾਤਾ। ਤਾਂ ਮੈਂ ਜੋ ਮੰਦਭਾਗੀ ਘਟਨਾ ਵਾਪਰੀ ਹੈ ਮੈਂ ਉਹਦੇ ਤੇ ਮੁਆਫੀ ਵੀ ਮੰਗਦਾ ਵਾਂ। ਅਫਸੋਸ ਹੈ ਮੈਨੂੰ ਬਹੁਤ ਜ਼ਿਆਦਾ। DAV ਸਕੂਲ ਇੱਕ ਪਾਕ ਪਵਿੱਤਰ ਸਰਜ਼ਮੀਂ ਹੈ ਜਿੱਥੋਂ ਚੀਫ ਆਫ ਦਾ ਆਰਮੀ ਸਟਾਫ ਜਨਰਲ ਦੀਪਕ ਕਪੂਰ ਜੀ ਇਸ ਸਕੂਲ ਚੋਂ ਪੜ੍ਹ ਕੇ ਗਏ ਹੈ। ਕਿਸੇ ਸਮੇਂ ਇਸ ਸਕੂਲ ਦਾ ਸੰਬੰਧ ਮਹਾਨ ਸ਼ਹੀਦ ਲਾਲਾ ਲਾਜਪਤ ਰਾਏ ਜੀ ਨਾਲ ਰਿਹਾ। ਕਿਸੇ ਸਮੇਂ ਇੱਕ ਰਾਜਨੀਤਿਕ ਆਗੂ ਮਰਹੂਮ ਸ਼੍ਰੀ ਕਾਂਸ਼ੀ ਰਾਮ ਜੀ ਉਹ ਵੀ ਇਸ ਸਕੂਲ ਦੇ ਵਿੱਚ ਪੜ੍ਹ ਕੇ ਗਏ ਹੈ ਤੇ ਇਸ ਮਹਾਨ ਸਕੂਲ ਦੀ ਸਰਜ਼ਮੀਨ ਦੇ ਵਿੱਚ ਮੈਨੂੰ ਅੱਜ ਬਤੌਰ ਪ੍ਰਿੰਸੀਪਲ ਸੇਵਾ ਕਰਨ ਦਾ ਮਾਣ ਮਿਲਿਆ। ਮੈਂ ਆਪਣੀ ਮੈਨੇਜਿੰਗ ਕਮੇਟੀ ਦਿੱਲੀ, ਸਾਡੇ ਡਾਇਰੈਕਟਰ ਸਾਹਿਬ ਸ਼੍ਰੀ JP ਸ਼ੂਰ ਸਰ, ਸਾਡੇ ਬਹੁਤ ਹੀ ਸਤਿਕਾਰਯੋਗ ਮੈਨੇਜਰ ਸਾਹਿਬ ਸ਼੍ਰੀ ਰਵਿੰਦਰ ਤਲਵਾੜ ਜੀ ਤੇ ਮੈਂ ਸਾਡੇ ਸਾਰੇ ਸਟਾਫ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ। ਤੇ ਮੈਂ ਰੋਪੜ ਸ਼ਹਿਰ ਦੇ ਨੇੜੇ ਤੇੜੇ ਦੇ ਜਿੰਨੇ ਪਿੰਡਾਂ ਦੇ ਬੱਚੇ ਇਸ ਸਕੂਲ 'ਚ ਪੜ੍ਹਦੇ ਆ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਉਸ ਵਾਹਿਗੁਰੂ ਨੂੰ ਪਰਮਪਿਤਾ ਪਰਮੇਸ਼ਵਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿ ਤੁਹਾਡੇ ਬੱਚਿਆਂ ਨਾਲ ਭਵਿੱਖ ਦੇ ਵਿੱਚ ਕਦੇ ਖਿਲਵਾੜ ਨਹੀਂ ਹੋਊਗਾ। ਕਿਸੇ ਵੀ ਬੱਚੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੋਊਗਾ। ਫਿਰੋਜ਼ਪੁਰ ਦੀ ਪੁਲਿਸ ਨੇ ਅੱਜ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਇਨ੍ਹਾਂ ਕਾਰ ਸਵਾਰਾਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਤੇ ਪੁਲਿਸ ਨੇ ਗੱਡੀ ਦੇ ਟਾਇਰ ਤੇ ਫਾਇਰ ਵੀ ਕੀਤੇ ਤੇ ਇਹ ਸਾਰੀ ਵਾਰਦਾਤ CCTV ਕੈਮਰਿਆਂ ਵਿੱਚ ਕੈਦ ਹੋ ਗਈ। ਪੁਲਿਸ ਨੇ ਇਹਨਾਂ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਅੱਜ ਸਾਡੀ ਪੁਲਿਸ ਪਾਰਟੀ ਨੇ ਡੇਰਾ ਨੰਬਰ 2 ਵੱਲ ਨੂੰ ਜਾਂਦੀ ਸੜਕ ਤੇ ਨਾਕਾ ਲਾਇਆ ਸੀਗਾ ਤੇ ਨਾਕਾਬੰਦੀ ਦੌਰਾਨ ਇੱਕ ਮੋਟਰਸਾਈਕਲ ਤੇ 2 ਨੌਜਵਾਨਾਂ ਨੂੰ ਕਾਬੂ ਕੀਤਾ ਜੀ। ਇੱਕ ਜਸ਼ਪ੍ਰੀਤ ਸਿੰਘ ਹੈ ਤੇ ਇੱਕ ਗੁਰਪ੍ਰੀਤ ਸਿੰਘ, ਦੋਨੋਂ ਭਰਾ ਹੀ ਨੇ ਤੇ ਇਹਨਾਂ ਦੇ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਆ। ਉਹਦੇ ਸੰਬੰਧ ਵਿੱਚ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਔਰ ਸਰ ਇਹ ਪਹਿਲਾਂ ਵੀ ਕਿਤੇ ਇਹਨਾਂ ਦਾ ਕੋਈ ਰਿਕਾਰਡ ਹੈਗਾ ਕ੍ਰਿਮੀਨਲ? ਇਹ ਅਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ, ਇਹ ਚੈੱਕ ਕਰ ਰਹੇ ਆ। ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੈਣਵਾ ਵਿਖੇ ਪਿੰਡ ਦੀਆਂ ਮੁਟਿਆਰਾਂ ਨੇ ਤੀਆਂ ਦਾ ਤਿਉਹਾਰ ਪੂਰੇ ਚਾਵਾਂ ਨਾਲ ਮਨਾਇਆ। ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਹੜੇ ਵਿੱਚ ਮਨਾਏ ਗਏ ਤੀਆਂ ਦੇ ਤਿਉਹਾਰ ਦੇ ਸਮਾਗਮ ਵਿੱਚ ਪਿੰਡ ਦੀਆਂ ਵਿਆਹੀਆਂ ਹੋਈਆਂ ਲੜਕੀਆਂ ਨੇ ਆਪਣੇ ਪੇਕੇ ਪਿੰਡ ਆ ਕੇ ਚਾਵਾਂ ਨਾਲ ਇਸ ਤਿਉਹਾਰ ਦਾ ਆਨੰਦ ਮਾਣਿਆ ਤੇ ਆਪਣੀਆਂ ਸਹੇਲੀਆਂ ਨਾਲ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਅਤੇ ਇੱਕ ਦੂਜੇ ਨੂੰ ਤੀਜ ਦੇ ਤਿਉਹਾਰ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ। ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਦੀ ਖਰੀਦ ਅਤੇ ਵੇਚ ਦੇ ਨਿਯਮ ਤਬਦੀਲ ਕਰਨ ਨੂੰ ਲੈ ਕੇ ਜਾਰੀ ਕੀਤੇ ਨੋਟੀਫਿਕੇਸ਼ਨ ਤੋਂ ਬਾਅਦ ਪੰਜਾਬ ਸਰਕਾਰ ਖਿਲਾਫ ਹੁਣ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਮੋਰਚਾ ਖੋਲ ਦਿੱਤਾ ਗਿਆ। ਫਰੀਦਕੋਟ ਦੀ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਧਰਨਾ ਲਗਾ ਕੇ ਮੰਗ ਕੀਤੀ ਗਈ ਹੈ ਕਿ ਪ੍ਰਾਪਰਟੀ ਦਾ ਸਾਰਾ ਕਾਰੋਬਾਰ ਠੱਪ ਹੋਇਆ ਪਿਆ ਤੇ ਲੋਕਾਂ ਨੂੰ ਆਪਣੀਆਂ ਨਿੱਜੀ ਲੋੜਾਂ ਲਈ ਆਪਣੀ ਜਾਇਦਾਦ ਵੇਚਣ ਵਿੱਚ ਵੱਡੀਆਂ ਸਮੱਸਿਆਵਾਂ ਵੀ ਆ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲਗਾਈ ਗਈ NOC ਦੀ ਸ਼ਰਤ ਕਾਰਨ ਸਭ ਤੋਂ ਵੱਡੀ ਖੱਜਲ ਖੁਆਰੀ ਝੱਲਣੀ ਪੈ ਰਹੀ ਹੈ। ਮੇਰਾ ਨਾਮ ਜੀ ਕਾਲਾ ਗਰੋਵਰ, ਫਰੀਦਕੋਟ ਪ੍ਰਾਪਰਟੀ ਡੀਲਰ ਯੂਨੀਅਨ ਦਾ ਮੈਂ ਪ੍ਰਧਾਨ ਹਾਂ ਜੀ। ਸਾਰਿਆਂ ਨਾਲੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਮੀਡੀਆ ਦਾ ਜੀ ਤੇ ਮੈਂ ਤੁਹਾਡੇ ਜ਼ਰੀਏ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀਆਂ ਤੁਸੀਂ ਨੋਟੀਫਿਕੇਸ਼ਨ ਕੱਢਿਆ ਉਹ ਨੋਟੀਫਿਕੇਸ਼ਨ ਤੁਸੀਂ ਕਿਸੇ ਤੋਂ ਪੁੱਛ ਕੇ ਨਹੀਂ, ਤੁਸੀਂ ਆਪਦੀ ਮਰਜ਼ੀ ਨਾਲ ਇਹ ਲੋਕ ਮਾਰੂ ਨੀਤੀਆਂ ਬਣਾ ਕੇ ਅੱਜ ਮੰਨ ਕੇ ਚਲੋ ਜੇ ਕਿਸੇ ਬੰਦੇ ਨੂੰ ਪਲਾਟ ਵੇਚਣ ਦੀ ਲੋੜ ਆ, ਬੰਦਾ ਪਲਾਟ ਨਹੀਂ ਵੇਚ ਸਕਦਾ। ਜਿਹੜੀਆਂ ਤੁਹਾਡੀਆਂ ਇੰਨੀਆਂ ਔਖੀਆਂ ਤੁਸੀਂ ਬਣਾਈਆਂ ਨੀਤੀਆਂ ਇਹਨਾਂ ਨੂੰ ਸਰਲ ਬਣਾਇਆ ਜਾਵੇ ਤਾਂ ਕਿ ਜੋ ਇਹ ਪ੍ਰਾਪਰਟੀ ਦਾ ਜਿਹੜਾ ਕਾਰੋਬਾਰ ਹੈ ਅੱਜ ਇਹਨੇ ਮੰਦੇ ਦੇ ਵਿੱਚ ਹੈ, ਇਹ ਪ੍ਰਾਪਰਟੀ ਦਾ ਕਾਰੋਬਾਰ ਸ਼ੁਰੂ ਹੋ ਸਕੇ, ਦੁਬਾਰਾ ਸ਼ੁਰੂ ਹੋ ਸਕੇ। ਕਾਰਨ ਇਹ ਹੈ ਜੀ ਅੱਜ ਮੰਨ ਕੇ ਚਲੋ ਇਹ ਕਹਿੰਦੇ ਆ ਕਿ 2018 ਤੋਂ ਬਾਅਦ ਜਿਹੜੇ ਕਲੋਨੀਆਂ ਕੱਟੀਆਂ ਜਿਹੜਾ ਪਲਾਟ ਵਿਕਿਆ ਉਹਦੀ NOC ਬਿਲਕੁਲ ਨਹੀਂ ਦਿੱਤੀ ਜਾਊਗੀ। ਜਦ ਕਿ ਸਾਡਾ ਸ਼ਹਿਰ ਫਰੀਦਕੋਟ ਬਹੁਤ ਹੀ ਛੋਟਾ ਸ਼ਹਿਰ ਹੈ, ਇੱਥੇ ਕੋਈ ਵੀ ਕਲੋਨੀ ਇਲੀਗਲ ਹੈ ਨਹੀਂ। ਇਹ ਸਰਕਾਰ ਜਦੋਂ ਕਲੋਨੀਆਂ ਕੱਟੀਆਂ ਗਈਆਂ, ਜਿੰਨੀਆਂ ਵੀ ਕਲੋਨੀਆਂ ਕੱਟੀਆਂ ਗਈਆਂ ਸਾਰੀਆਂ IZ ਸਾਰੀਆਂ ਆਬਾਦ ਆ। ਕਿਤੇ ਵੀ ਤੁਸੀਂ ਏਰੀਆ ਕਿਤੇ ਚਲੇ ਜਾਓ, ਹੁਣ ਸਰਕੂਲਰ ਰੋਡ ਤੋਂ ਬਾਹਰ ਡੋਗਰ ਬਸਤੀ ਮੇਰੇ ਹਿਸਾਬ ਨਾਲ 60 ਤੋਂ 70 ਸਾਲ ਪੁਰਾਣੀ ਆਬਾਦ ਹੋਈ ਵੀ ਹੈ, ਇਹਨਾਂ ਨੇ ਉਹ ਵੀ ਬੈਨ ਕਰਤੀ। ਬਲਵੀਰ ਬਸਤੀ ਹੈ ਇਹ ਬੈਨ ਕਰਤੀ ਜਦ ਕਿ ਇਹ 50-50 ਸਾਲ ਤੋਂ ਆਬਾਦ ਹੋਈਆਂ। ਸੁਲਤਾਨਪੁਰ ਲੋਧੀ ਵਿੱਚ ਲੁੱਟ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਤੇ ਹੁਣ ਸਰਾਏ ਜੱਟਾਂ ਦੀ ਪੰਚਾਇਤ ਮੀਡੀਆ ਦੇ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਉਹਨਾਂ ਨੇ ਲੁੱਟ ਖੋਹ ਦੇ ਸਾਰੇ ਆਰੋਪਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਹਨਾਂ ਕਿਹਾ ਕਿ ਪੁਲਿਸ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਨੰਬਰਦਾਰ ਪਿੰਡ ਸਰਾਏ ਜੱਟਾਂ ਜੀ, ਜੋ ਵੀ ਇਹ ਝਗੜਾ ਚੱਲ ਰਿਹਾ 2-3 ਦਿਨ ਇਹਨਾਂ ਦੀ ਆਪਸ ਵਿੱਚ ਹੀ ਲੜਾਈ ਝਗੜਾ ਹੋਇਆ ਤੇ ਲੁੱਟ ਖੋਹ ਦੀ ਕੋਈ ਗੱਲਬਾਤ ਨਹੀਂ ਹੋਈ। ਇਹਨਾਂ ਦੇ ਆਪਸ ਵਿੱਚ ਰੰਜਿਸ਼ ਚੱਲ ਰਹੀ ਆ, ਉਹ ਵਧੀ ਜਾਂਦੀ ਹੈ। ਕਾਨੂੰਨ ਹੱਥ ਲੈਣਾ ਕੋਈ ਜਾਇਜ਼ ਕੰਮ ਆ ਜਿਹੜਾ ਨੌਜਵਾਨ ਨੇ ਪਹਿਲਾਂ ਉਹਨੂੰ ਘੇਰ ਕੇ ਕੁੱਟਿਆ? ਨਹੀਂ ਜੀ, ਇਹ ਦੋਵਾਂ ਦੀ ਇੱਕੋ ਜਿਹੀ ਰੰਜਿਸ਼ ਚੱਲ ਰਹੀ ਹੈ ਜੀ ਇਹਨਾਂ ਦੀ, ਉਹ ਵੀ ਨਹੀਂ ਘੱਟ ਇਹ ਆਪਸ ਵਿੱਚ ਲੜ ਪਏ ਕਿਤੇ। ਇਹ 2-3 ਜਣੇ ਸੀ, ਉਹ 2 ਜਣੇ ਸੀ, ਸੱਟਾਂ ਦੋਵਾਂ ਦੇ ਲੱਗੀਆਂ, ਇੱਕ ਦੂਜੇ ਵੱਧ ਘੱਟ ਲੱਗੀਆਂ। ਦੂਜੀ ਤੇ ਦਾਖਲ ਕਿਉਂ ਨਹੀਂ ਹੋਈ ਹਸਪਤਾਲ?
ਨਹੀਂ ਕੋਈ ਉਹੋ ਜਿਹੀ ਮੈਂ ਨਹੀਂ ਮੈਂ ਬੜਾ ਉਹ ਗਿਆ ਨਹੀਂ ਸੀ, ਮੈਂ ਵੇਖਿਆ ਨਹੀਂ ਕੋਈ ਉਹੋ ਜਿਹੀ ਜ਼ਿਆਦਾ ਸੱਟ। ਤੁਸੀਂ ਕਹਿੰਦੇ ਕਿ ਦੂਜੀ ਦੇ ਦੋਨਾਂ ਸੱਟਾਂ ਨਹੀਂ ਲੱਗੀਆਂ, ਦੂਜੀ ਦੇ ਜਦੋਂ ਲੜੇ, ਦੇਖੋ ਜੀ ਜਦੋਂ ਲੜੇ ਆ ਉਦੋਂ ਇਹ ਨਹੀਂ ਵੀ ਤੁਸੀਂ ਨਾ ਮਾਰੋਗੇ, ਮੇਰੇ ਇੱਕੋ ਜਿਹਾ ਚੱਲਣਾ ਉਹਦਾ ਤਾਂ ਕੰਮ। ਉਹ ਉਧਰ ਵੀ ਕੋਈ ਨਾ ਕੋਈ ਖੜਕਣਾ, ਉਧਰੋਂ ਖੜਕਣਾ, ਇਹਦੇ ਘੱਟ ਲੱਗੇ ਉਹਨੇ ਵੱਧ ਲੱਗੇ। ਬਸ ਇਹਨਾਂ ਜੀ ਪਹਿਲਾਂ ਜਦੋਂ ਸਾਡੇ ਪਿੰਡੇ ਆਏ ਤੇ ਇਹਨਾਂ ਦੇ ਮੋਟਰਸਾਈਕਲ ਦੇ ਲੰਘਣ ਤੋਂ ਇਹਨਾਂ ਦਾ ਆਪਸੀ 'ਚ ਲੜੇ ਸੀ, ਜਿਹਦੇ ਵਿੱਚ ਇਹਨਾਂ ਦੇ ਦੂਏ ਦਿਨ ਸਵੇਰ ਨੂੰ ਪੰਜਾਬ ਨੇ ਸਾਡੇ ਫੈਸਲਾ ਕਰਾਤਾ ਤੇ ਉਹ ਮੋਟਰਸਾਈਕਲ ਲੈ ਗਿਆ ਆਪਦਾ। ਤੇ ਉਦੋਂ ਬਾਅਦ ਇਹਨਾਂ ਦੇ ਪਿੰਡ ਮੇਲਾ ਹੋਇਆ, ਮੇਲੇ 'ਚ ਇੱਕ ਬੱਚੇ ਨੂੰ ਸਾਡੇ ਨੂੰ ਇਹਨਾਂ ਫੇਰ ਉੱਥੇ ਘੇਰ ਕੇ ਕਿਤੇ ਕੁੱਟ ਛੱਡਿਆ ਤੇ ਕੁੱਟਿਆ ਸਗੋਂ ਉਹਨਾਂ ਦੇ ਦੱਸਦੇ ਬਾਪ ਨੇ ਆ ਕੁਲਵੰਤ ਸਿੰਘ ਨੇ ਜ਼ਿਆਦਾ ਕਹਿੰਦੇ। ਤੇ ਉੱਥੋਂ ਹੁਣ ਇੱਕ ਸੜਕ ਰੋਡ ਤੇ ਹੋਏ ਆਪਸ 'ਚ ਹੀ ਲੜ ਪਏ ਤੇ ਲੜ ਪਏ ਤੇ ਆਹ ਕੰਮ ਹੋਇਆ। ਹੋਰ ਕੋਈ ਲੁੱਟ ਖੋਹ ਸਾਨੂੰ ਨਹੀਂ ਦਿਖਦੀ ਜੀ ਇਹਦੇ ਵਿੱਚ ਕੋਈ ਗੱਲਬਾਤ। ਮਤਲਬ ਕਿ ਉਹਨਾਂ ਦੇ ਇੱਕ ਸਾਜ਼ਿਸ਼ ਦਾ ਸਾਡੇ ਪਿੰਡ 2 ਵਾਰੀ ਪਹਿਲਾਂ ਵੀ ਲੜਾਈ ਹੋ ਚੁੱਕੀ ਸੀਗੀ ਵੀ ਚਲੋ ਉਹਨਾਂ ਦੇ ਵੀ ਮਾਪੇ ਆਏ ਸੀਗੇ ਤੇ ਮੋਟਰਸਾਈਕਲ ਲੈ ਗਏ ਸੀਗੇ, ਸਮਝੌਤਾ ਹੋ ਗਈ ਸੀਗੀ। ਹੁਣ ਚਲੋ ਉਹਨਾਂ ਦੇ ਪਿੰਡ ਮੇਲਾ ਸੀਗਾ 28 ਤਰੀਕ ਦੇ ਸਾਉਣ ਦੇ ਵਿੱਚ, ਤੇ ਚਲੋ ਮੁੰਨਾ ਗਿਆ ਉੱਥੇ ਮੇਲਾ ਦੇਖਣ, ਵੀ ਉਹਨਾਂ ਨੇ ਉੱਥੇ ਮੁੰਡਿਆਂ ਨੇ ਫੜ ਲਿਆ ਵੀ ਚਲੋ ਇਹਨਾਂ ਦੀ ਧੱਕਾ ਸ਼ਾਹੀ ਹੋਈ ਤੇ ਕੁੱਟਿਆ ਇਹਨਾਂ ਨੇ। ਇਹਨੇ ਮੁੰਨੇ ਨੇ ਕੋਈ ਗੱਲ ਹੀ ਨਹੀਂ ਕੀਤੀ। ਉਹਨਾਂ ਨੇ ਫਿਰ ਵੀ ਇੱਧਰੋਂ ਗਏ ਤਾਂ ਵੀ ਚਲੋ ਲੜ ਲੁੜ ਪਏ। ਉਹਨਾਂ ਨੇ ਫਿਰ ਦੁਬਾਰਾ ਕਦਮ ਜ਼ਿਆਦਾ ਚੱਕ ਲਿਆ, ਚੱਕ ਕੇ ਤੇ ਉਹਨਾਂ ਨੇ ਹੁਣ ਝੂਠਾ ਇਲਜ਼ਾਮ ਲਾਈ ਜਾਂਦੇ ਵੀ ਅਸੀਂ ਵੀ ਟੂਮ ਦਾ ਵੀ ਲਾਈ ਜਾਂਦੇ, ਪੈਸਿਆਂ ਦਾ ਵੀ ਲਾਈ ਜਾਂਦੇ ਆ, ਹਨਾ। ਲੁੱਟ ਖੋਹ ਦਾ ਤਾਂ ਕੋਈ ਵੀ ਪੰਚਾਇਤ ਜ਼ਿੰਮੇਵਾਰੀ ਚੱਕਦੀ ਸੀ। ਹਾਂਜੀ OLX ਤੇ ਗੱਡੀਆਂ ਦੇ ਫਰਜ਼ੀ VIP ਨੰਬਰ ਪਾ ਕੇ NRI ਤੇ ਲੱਖਾਂ ਲੋਕਾਂ ਰੁਪਏ ਵਿੱਚ ਵੇਚਣ ਵਾਲੇ ਠੱਗੀ ਦੇ ਇੱਕ ਵੱਡੇ ਨੈਟਵਰਕ ਦਾ ਜ਼ਿਲ੍ਹਾ ਕਪੂਰਥਲਾ ਦੀ ਪੁਲਿਸ ਨੇ ਪਰਦਾਫਾਸ਼ ਕੀਤਾ। ਇਸ ਮਾਮਲੇ ਵਿੱਚ ਪੁਲਿਸ ਨੇ 3 ਲੋਕਾਂ ਨੂੰ ਕਾਬੂ ਕੀਤਾ ਤੇ ਇਹਨਾਂ ਚੋਂ ਇੱਕ ਨੂੰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਫੜਿਆ ਗਿਆ ਇੱਕ ਸ਼ਖਸ ਇੱਕ ਨਿੱਜੀ ਅਖਬਾਰ ਦਾ ਪੱਤਰਕਾਰ ਹੈ। ਜਿਸ ਤਰ੍ਹਾਂ ਤੁਹਾਡੇ ਨਾਲ ਜਿਹੜੇ ਪੱਤਰਕਾਰ ਵੱਲੋਂ ਜਿਹੜੀ VIP ਨੰਬਰਾਂ ਨੂੰ ਲੈ ਰਹੀ, ਜਿਸ ਤਰ੍ਹਾਂ ਤੁਹਾਡੇ ਸੰਪਰਕ 'ਚ ਆਏ, ਜਿੱਦਾਂ ਤੁਹਾਡੇ ਨਾਲ ਤੁਸੀਂ ਠੱਗੀ ਦੇ ਸ਼ਿਕਾਰ ਹੋਏ, ਕੀ ਸਾਰਾ ਵਿਸਤਾਰ ਦੱਸ ਦਿਓ। ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ VIP ਨੰਬਰ ਵੇਚਣ ਦਾ ਕੰਮ ਕਰਦੇ ਸੀਗੇ ਤੇ ਮੇਰੇ ਕੁਝ ਦੋਸਤਾਂ ਨੂੰ ਇਹਨਾਂ ਨੇ ਨੰਬਰ ਵੇਚੇ ਸੀਗੇ ਤੇ ਉਹਨਾਂ ਦੇ ਥਰੂ ਮੇਰੇ ਸੰਪਰਕ 'ਚ ਆਏ ਸੀਗੇ ਤੇ ਮੈਂ ਨਵੀਂ ਗੱਡੀ ਲੈਣੀ ਸੀ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਨੂੰ ਇੱਕ ਨੰਬਰ ਗੱਡੀ ਦੇ ਉੱਪਰ ਲਗਵਾ ਦਾਂਗੇ। ਤੇ ਉਹਦੇ ਸੰਬੰਧ 'ਚ ਮੇਰੇ ਨਾਲ ਇਹਨਾਂ ਨੇ 2 ਮਿੰਟ ਰੁਕ ਜਾਓ ਤੇ ਜੋ ਕਿ ਨੰਬਰ ਜਦੋਂ ਮੈਂ ਆਪਣੇ ਨਾਲ ਟ੍ਰਾਂਸਫਰ ਹੋਣੇ ਡਾਕੂਮੈਂਟ ਭੇਜੇ ਤੇ STM ਅਥਾਰਟੀਆਂ ਤੋਂ ਪਤਾ ਲੱਗਾ ਕਿ ਇਹ ਨੰਬਰ ਫਰਜ਼ੀ ਆ। ਜਿਹੜੇ ਆਧਾਰ ਕਾਰਡ ਜੋ RCC ਸਭ ਫਰਜ਼ੀ ਪਾਏ ਗਏ। तो उस तो बाद मैं पुलिस कंप्लेंट की तो दौराने तफ्तीश पता पुलिस नूं भी पता लगा कि इन्होंने होर भी ਵੱਖ-ਵੱਖ थाणिਆਂ 'ਚ मुकदमे दर्ज ने तो होर भी बहुत लोगों ने ठगी का शिकार बनाया पाया। तो हजे भी बहुत जगह इन्हों के उपर दरखास्तां चल रही हैं। ਤਰਸੇਮ ਜੀ ਦੀ ਠੱਗੀ ਦਾ NRI ਦੇ ਨਾਲ ਠੱਗੀ ਦਾ ਮਾਮਲਾ ਸੀ, ਇਹ ਕੀ ਸਾਰਾ ਮਾਮਲਾ ਸੀ? ਇਹ ਜਿਹੜੇ NRI ਸਾਹਿਬ ਆ ਅਨਿਲਜੀਤ ਸਿੰਘ ਟੁੰਡਾ ਸਾਹਿਬ ਪਿੰਡ ਹਰਨਾਮਪੁਰ ਤੋਂ, ਇਹ ਅਮਰੀਕਾ ਵਿੱਚ ਰਹਿੰਦੇ ਸੀ। ਅਮਰੀਕਾ 'ਚ ਇਹਨਾਂ ਨੇ WhatsApp 'ਤੇ ਇਹਨਾਂ ਨਾਲ ਗੱਲ ਕੀਤੀ ਜੀ VVIP ਨੰਬਰ ਲੈਣ ਵਾਸਤੇ। ਜਿਹੜੇ ਇਹਨਾਂ ਨੇ VVIP ਨੰਬਰ ਲੈਣ 'ਤੇ ਗੱਲਬਾਤ ਹੋ ਗਈ ਇਹਨਾਂ ਦੀ ਤੈਅ ਜੀ। ਇਹਨਾਂ ਨੇ ਇਹਨਾਂ ਕੋਲ ਨੰਬਰ ਖਰੀਦ ਲਿਆ, ਨੰਬਰ ਔਰ ਜਿਹੜਾ ਨੰਬਰ ਵੀ ਜਾਲੀ ਸੀ ਤੇ RC ਵੀ ਜਾਲੀ ਬਣਾ ਕੇ ਦੇ ਦਿੱਤੀ। 16 ਲੱਖ ਦੀ ਠੱਗੀ ਮਾਰੀ ਹੈ। ਜਿਹੜੇ ਬੰਦੇ ਵੱਲੋਂ ਜਿਹੜੇ 16 ਲੱਖ ਦੀ ਠੱਗੀ ਮਾਰੀ ਗਈ ਆ, ਕੀ ਉਹਨਾਂ ਦਾ ਨਾਮ ਆ ਤੇ ਥੋੜ੍ਹਾ ਵਿਸਤਾਰਪੂਰਵਕ ਸਾਨੂੰ ਦੱਸ ਦਿਓ ਜੀ, ਕਿਸ ਤਰ੍ਹਾਂ ਉਹਨਾਂ ਨੇ NRI ਨਾਲ ਟਾਈ ਅਪ ਕੀਤਾ? ਇਹ ਜਿਹੜਾ NRI ਨਾਲ ਟਾਈ ਅਪ ਇਹਨਾਂ ਦਾ ਫੋਨ 'ਤੇ ਹੋਇਆ ਜੀ ਤੇ ਉਹਦੇ ਨਾਲ ਇਹ ਜਿਹੜੇ ਇੰਦਰਜੀਤ ਸਿੰਘ ਹੈ ਪੱਤਰਕਾਰ ਜੀ ਜਗਬਾਣੀ ਦੇ ਨੇ ਮੰਡੀ ਗੋਬਿੰਦਗੜ੍ਹ ਤੋਂ, ਇੱਕ ਇਹਨਾਂ ਦੇ ਭਤੀਜਾ ਹੈ ਜੀ ਗੁਰਕੀਰਤ ਸਿੰਘ ਜੀ, ਤੇ ਇੱਕ ਇਹਨਾਂ ਦਾ ਭਰਾ ਗੁਰਜਿੰਦਰ ਸਿੰਘ ਹੈ ਸਰ। ਉਹ ਸਾਰਿਆਂ ਨੇ ਰਲ ਕੇ ਇਹ ਜਿਹੜਾ ਇਹਨਾਂ ਨਾਲ ਠੱਗੀ ਮਾਰੀ ਹੈ। ਫਰੀਦਕੋਟ 'ਚ ਜਗਜੀਤ ਸਿੰਘ ਡੱਲੇਵਾਲਾ ਵੱਲੋਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੇ 5-5 ਲੱਖ ਦੇ ਚੈੱਕ। ਡੱਲੇਵਾਲ ਨੇ ਕਿਹਾ ਕਿ ਫਰੀਦਕੋਟ ਵਿੱਚ 2 ਮਹੀਨੇ ਦੇ ਕਰੀਬ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਮੋਰਚੇ ਨੇ ਸਰਕਾਰ ਨੂੰ ਮਜਬੂਰ ਕੀਤਾ ਤੇ 32 ਦੇ ਕਰੀਬ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਮਿਲੀ। ਉਹਨਾਂ ਕਿਹਾ ਕਿ ਨੌਕਰੀ ਲਈ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋ ਚੁੱਕੀ ਹੈ ਤੇ ਉਹਨਾਂ ਨੇ ਯੋਗਤਾ ਦੇ ਅਨੁਸਾਰ ਨੌਕਰੀ ਦੇਣ ਦਾ ਭਰੋਸਾ ਵੀ ਦਿੱਤਾ ਹੈ। ਦੇਖੋ ਦੋਸਤੋ, ਗੱਲ ਇਹ ਆ ਕਿ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪ੍ਰੈਸ ਬੜੀ ਚੰਗੀ ਤਰ੍ਹਾਂ ਕਵਰ ਕਰਦੀ ਰਹੀ ਹੈ ਇਸ ਕਹਾਣੀ ਨੂੰ ਕਿ ਲਗਾਤਾਰ 2 ਮਹੀਨੇ ਆਪਾਂ ਇੱਥੇ ਅੰਦੋਲਨ ਲੜਿਆ। BKU ਏਕਤਾ ਸਿੱਧੂਪੁਰ ਨੇ ਸੰਯੁਕਤ ਕਿਸਾਨ ਮੋਰਚੇ ਦੀ ਕਮਾਂਡ ਥੱਲੇ, ਔਰ ਉਹ ਮੇਨ ਮੰਗਾਂ ਸੀ ਆਪਣੀਆਂ ਕਿ ਜਿਹੜੀਆਂ ਬਾਕੀ ਅਦਰ ਡਿਸਟ੍ਰਿਕਟ ਦੀਆਂ ਸਮੱਸਿਆਵਾਂ ਸੀ ਉਹ ਵੱਖਰੀਆਂ, ਲੇਕਿਨ ਵੱਡੀ ਸਮੱਸਿਆ ਜਿਹੜੀ ਆਪਾਂ ਇੱਥੇ ਲੈ ਕੇ ਬੈਠੇ ਸੀ ਉਹ ਇਹ ਸੀਗੀ
ਕਿ ਕਿਸਾਨ ਪਰਿਵਾਰਾਂ ਦੇ ਵਿੱਚੋਂ ਜਿਹੜੇ ਸਾਡੇ ਮੋਰਚੇ ਦੇ ਵਿੱਚ ਸ਼ਹੀਦ ਹੋ ਗਏ ਸੀ ਵਿਅਕਤੀ, ਉਹਨਾਂ ਦੇ ਪਰਿਵਾਰਾਂ ਨੂੰ ਕੰਪਨਸੇਟ ਕਰਨਾ ਤੇ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ। ਔਰ ਫਰੀਦਕੋਟ ਡਿਸਟ੍ਰਿਕਟ ਨੂੰ ਬਿਲਕੁਲ ਮਤਲਬ ਕਿਨਾਰੇ ਕੀਤਾ ਹੋਇਆ ਸੀ, ਉਹਨੂੰ ਚੱਕੇ ਨਹੀਂ ਸੀ ਗਿਆ। ਔਰ ਇਸ ਤੋਂ ਵੀ ਅੱਗੇ ਮੈਨੂੰ ਧਿਆਨ 'ਚ ਆਇਆ ਕਿ ਪਠਾਨਕੋਟ ਵੀ ਆ, ਫਰੀਦਕੋਟ ਵਾਲਾ ਹਾਲ ਹੀ ਹੈ ਹਜੇ ਉੱਥੋਂ ਵੀ ਕੋਈ ਕੇਸ ਨਹੀਂ ਲਿਆ ਗਿਆ। ਕਪੂਰਥਲਾ ਦੇ ਵਿੱਚ ਸਿਰਫ ਇੱਕ ਕੇਸ ਆਇਆ, ਬਾਕੀ ਸਾਰੇ ਕੇਸ ਮਤਲਬ ਉੱਥੋਂ ਦੇ ਵੀ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਤੋ ਅਸੀਂ ਜਿਹੜਾ ਇਹ ਲੜਾਈ ਲੜੇ ਆ, ਇਸ ਲੜਾਈ ਦੇ ਵਿੱਚੋਂ ਇੰਨੀ ਸਫਲਤਾ ਹੋਈ ਹੈ ਕਿ ਜਿਹੜਾ ਆਪਾਂ ਇਸ ਲੜਾਈ ਨੇ ਮੁੱਢ ਬੰਨਿਆ, ਇਹਦੇ ਤੋਂ ਲੜਾਈ ਅੱਗੇ ਵੱਧ ਕੇ ਜਿਹੜਾ 3 ਅਗਸਤ ਨੂੰ ਪੂਰੇ ਪੰਜਾਬ ਦੇ ਵਿੱਚ ਮਾਝਾ ਮਾਲਵਾ ਦੁਆਬਾ ਏਰੀਏ ਦੇ ਵਿੱਚ ਲਗਾਤਾਰ ਸੜਕਾਂ ਤੇ ਧਰਨੇ ਦੇਣ ਦੇ ਪ੍ਰੋਗਰਾਮ ਉਲੀਕਿਆ ਗਿਆ। ਉਸ ਪ੍ਰੋਗਰਾਮ ਤੋਂ ਦੇ ਦਬਾਅ ਥੱਲੇ ਆ ਕੇ ਸਰਕਾਰ ਨੇ ਮੀਟਿੰਗ ਦਿੱਤੀ ਔਰ ਮੀਟਿੰਗ ਦੇ ਵਿੱਚੋਂ ਇਹ ਮੰਨਿਆ ਕਿ ਟੋਟਲ ਕਿਸਾਨਾਂ ਨੂੰ ਅਸੀਂ 5 ਅਗਸਤ ਤੱਕ ਇਹ ਪੇਮੈਂਟ ਅਸੀਂ ਮਤਲਬ ਜਾਰੀ ਕਰ ਦਿਆਂਗੇ। ਉਹ ਪੇਮੈਂਟ ਜਾਰੀ ਹੋ ਗਈ ਹੈ ਲਗਭਗ, ਲੇਕਿਨ ਪਤਾ ਲੱਗਿਆ ਕਿ ਬਹੁਤ ਸਾਰੇ ਕੇਸ ਹਜੇ ਜਿਹੜੇ ਦੂਸਰੇ ਡਿਸਟ੍ਰਿਕਾਂ ਦੇ ਵਿੱਚ ਹੈ। ਉਹ ਮੈਨੂੰ ਵੈਸੇ ਏਵੇਨੂ ਪ੍ਰਸ਼ਾਦ ਜੀ ਦਾ ਮੈਸੇਜ ਆਇਆ, ਉਹਨਾਂ ਨੇ ਕਿਹਾ ਵੀ ਜਿਹੜਾ ਵੀ ਕੋਈ ਹੋਰ ਕੇਸ ਰਹਿੰਦਾ ਹੈ, ਕੋਈ ਪਾਰਟੀਕੂਲਰ ਕੋਈ ਵੀ ਕਿਸੇ ਡਿਸਟ੍ਰਿਕਟ ਤੋਂ, ਉਹ ਸਾਨੂੰ ਲਿਖ ਕੇ ਭੇਜੋ, ਉਹਨਾਂ ਨੂੰ ਵੀ ਅਸੀਂ ਮਤਲਬ ਹੈਂਡਲ ਕਰਾਂਗੇ, ਉਹਨਾਂ ਨੂੰ ਵੀ ਸਾਰਾ ਚੈੱਕਅਪ ਕਰਕੇ ਉਹਨਾਂ ਨੂੰ ਅਸੀਂ ਪੇਮੈਂਟ ਦੇਵਾਂਗੇ। ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿੱਚ ਪੰਜਾਬ ਦੀਆਂ ਮਹਿਲਾਵਾਂ ਨੂੰ ਮੁਫਤ ਸਫ਼ਰ ਕਰਨ ਦੀ ਸੁਵਿਧਾ ਦਿੱਤੀ ਗਈ, ਜਿੱਥੇ ਇਸ ਨਾਲ ਸਰਕਾਰੀ ਖਜ਼ਾਨੇ ਤੇ ਵਿੱਤੀ ਬੋਝ ਪੈ ਰਿਹਾ ਹੈ, ਉੱਥੇ ਇਸ ਨਾਲ ਨਿੱਜੀ ਬੱਸ ਆਪਰੇਟਰਾਂ ਨੂੰ ਵੀ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ ਤੇ ਜਿਸ ਨੂੰ ਲੈ ਕੇ ਪੰਜਾਬ ਭਰ ਵਿੱਚ ਨਿੱਜੀ ਬੱਸ ਆਪਰੇਟਰਾਂ ਵੱਲੋਂ ਹੜਤਾਲ ਕਰ ਦਿੱਤੀ ਗਈ, ਜਿਸ ਕਾਰਨ ਅੱਜ ਲਗਭਗ ਸੜਕਾਂ ਤੇ ਦੌੜਨ ਵਾਲੀਆਂ ਬੱਸਾਂ ਦੀ ਗਿਣਤੀ ਅੱਧੀ ਰਹਿ ਗਈ ਅਤੇ ਸਵਾਰੀਆਂ ਨੂੰ ਵੀ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਜਦੋਂ ਤੋਂ ਵੀ ਕੈਪਟਨ ਸਰਕਾਰ ਨੇ ਆਧਾਰ ਕਾਰਡ ਲਾਗੂ ਕਰਤਾ ਸੀ ਲੇਡੀਜ਼ ਦਾ, ਉਦੋਂ ਤੋਂ ਹੀ ਪ੍ਰਾਈਵੇਟ ਆਪਰੇਟਰਾਂ ਨੂੰ ਸਮੱਸਿਆ ਆ ਰਹੀਆਂ। ਪਹਿਲਾਂ ਕੋਰੋਨਾ ਦੀ ਮਾਰ ਪੈ ਗਈ, ਫਿਰ ਆਧਾਰ ਕਾਰਡ ਦੀ ਪੈ ਗਈ, ਹੌਲੀ ਕਰਕੇ ਸਾਰਾ ਸਟਾਫ ਵਿਹਲਾ ਹੋ ਰਿਹਾ। ਸਾਡੇ ਮਾਲਕ ਵੀ ਤੰਗ ਹੋ ਰਹੇ ਆ ਕਿ ਉਹ ਜਿਹੜੇ ਇਹਦੇ ਸਾਧਨ ਨੇ, ਕਮਾਈ ਦੇ ਸਾਧਨ, ਉਹ ਬੰਦ ਹੋ ਰਹੇ ਆ। ਜਿਹੜੀ ਆਧਾਰ ਕਾਰਡ ਵਾਲੀ ਸਵਾਰੀ, ਉਹਦੇ ਨਾਲ 2 ਸਵਾਰੀਆਂ ਜੈਂਟਸ ਵੀ ਨੇ, ਉਹ ਵੀ ਸਰਕਾਰ ਦੀ ਗੱਡੀ ਚੜ੍ਹਦੀਆਂ। ਸਰਕਾਰ ਨੂੰ ਵੀ ਲੋਸ ਆ, ਇਹ ਨਹੀਂ ਵੀ ਉਹਨਾਂ ਨੂੰ ਵਰਕਰਾਂ ਨੂੰ ਤਨਖਾਹ ਨਹੀਂ ਟਾਈਮ ਨਾਲ ਮਿਲ ਰਹੀਆਂ, ਉਹ ਵੀ ਰੋਸ ਮੁਜ਼ਾਹਰੇ ਕਰਦੇ ਆ ਹਰੇਕ ਮਹੀਨੇ। ਇਸ ਕਰਕੇ ਪੰਜਾਬ ਸਰਕਾਰ ਦੇ ਹਾਲਾਤ ਵੀ ਬਹੁਤ ਮਾੜੇ ਹੋਏ ਨੇ। ਇੱਕ ਨਾ ਚਿੱਠੀ ਵੀਡੀਓ ਦਫ਼ਤਰੋਂ ਜਾਰੀ ਹੋਈ ਆ ਪੰਚਾਇਤਾਂ ਨੂੰ ਵੀ ਜਿਹੜੇ ਪਿੰਡਾਂ 'ਚ ਝੰਡੇ ਲਹਿਰ ਆਉਣੇ ਆ, ਉਹਦੇ ਵਾਸਤੇ ਵੀ ਕਿਸੇ ਨੂੰ 2500 ਰੁਪਈਆ, ਕਿਸੇ ਨੂੰ 3000, ਜਿਸ ਤਰ੍ਹਾਂ ਆਪਣੇ ਜਿਹੜੀ ਪੰਚਾਇਤ ਆ ਉਹਨੂੰ ਇਨਕਮ ਆ, ਉਹ ਹਿਸਾਬ ਨਾਲ ਉਹ ਅੱਜ ਚੈੱਕ ਦੇਣੇ ਨੇ 15 ਅਗਸਤ ਤੋਂ ਪਹਿਲਾਂ। ਅੱਜ ਪੰਚਾਇਤਾਂ ਨੂੰ ਆਰਡਰ ਆਇਆ ਵੀ ਤੁਸੀਂ ਚੈੱਕ ਜਮ੍ਹਾਂ ਕਰੋ ਵੀਡੀਓ ਦਫ਼ਤਰ, ਤਾਂ ਜੋ ਵੀ ਤਿਰੰਗੇ ਲਹਿਰ ਆ ਜਾਣ। ਇੰਨਾ ਹੀ ਮਾੜੀ ਹਾਲਤ ਹੈ ਜਿਹੜੀ ਇਹ ਸਰਕਾਰ ਦੀ ਹੋ ਰਹੀ ਆ। ਫਿਰ ਜਦੋਂ ਇੰਨੇ ਹਾਲਾਤ ਮਾੜੇ ਤਾਂ ਆਪ ਜਨਤਾ ਕੀ ਕਰੂਗੀ ਜੀ। ਅੱਜ ਪੰਜਾਬ ਭਰ ਵਿੱਚ ਪ੍ਰਾਈਵੇਟ ਬੱਸ ਚਾਲਕਾਂ ਤੇ ਮਾਲਕਾਂ ਨੇ ਅੱਜ ਦਾ ਸਾਰਾ ਦਿਨ ਬੱਸਾਂ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਸ ਦਾ ਅਸਰ ਅੱਜ ਸ਼੍ਰੀ ਮੁਕਤਸਰ ਸਾਹਿਬ ਵਿੱਚ ਵੀ ਵੇਖਣ ਨੂੰ ਮਿਲਿਆ, ਜਿੱਥੇ ਬੱਸ ਸਟੈਂਡ ਵਿੱਚ ਪ੍ਰਾਈਵੇਟ ਬੱਸਾਂ ਨੂੰ ਬੰਦ ਕਰਕੇ ਰੋਸ ਪ੍ਰਗਟ ਕੀਤਾ ਗਿਆ। ਸਤਿ ਸ਼੍ਰੀ ਅਕਾਲ ਜੀ। ਜੋ ਅੱਜ ਅੱਡਾ ਬੰਦ ਕੀਤਾ ਗਿਆ, ਸਾਡੇ ਜੋ ਟਰਾਂਸਪੋਰਟ ਵਿਭਾਗ ਬੱਸਾਂ ਦੀ ਯੂਨੀਅਨ ਆ, ਉਹਦੇ ਮੁਤਾਬਕ ਪੂਰਾ ਆਲ ਪੰਜਾਬ ਬੰਦ ਕੀਤਾ ਗਿਆ ਵਾ। ਤੇ ਅਸੀਂ ਬੱਸ ਸਟੈਂਡ ਸੁਲਤਾਨਪੁਰ ਲੋਧੀ ਦੇ ਵਿੱਚ ਜੋ ਪ੍ਰਾਈਵੇਟ ਆਪਰੇਟਰ ਆ, ਸਾਡਾ ਸਟਾਫ ਆ, ਸਾਡੇ ਨਾਲ ਖੜਾ ਵਾ, ਸਾਰਿਆਂ ਨੇ ਬੰਦ ਕੀਤਾ ਵਾ, ਸਾਰਿਆਂ ਦੇ ਸਹਿਯੋਗ ਨਾਲ ਬੰਦ ਹੋਇਆ ਵਾ। ਸਾਡਾ ਮੇਨ ਮੁੱਦਾ ਜੋ ਕਿ ਆਧਾਰ ਕਾਰਡ ਦੀ ਇਹਨਾਂ ਪਹਿਲ ਦਿੱਤੀ ਹੈ ਕੈਪਟਨ ਸਰਕਾਰ ਨੇ ਲੇਡੀਜ਼ ਨੂੰ, ਸਭ ਤੋਂ ਮਾੜਾ ਕੰਮ ਆ। ਜਦੋਂ ਵੱਡਾ ਹੋਰ ਧੱਕਾ ਕੋਈ ਨਹੀਂ ਸਾਡੇ ਨਾਲ, ਜੋ ਇਹ ਧੱਕਾ ਨਾ ਕੀਤਾ ਹੋਇਆ ਵਾ ਸਾਡੇ ਨਾਲ। ਜੋ ਸਾਡੇ ਜੋ ਦੇਖੋ ਜੀ, ਮਾਨ ਸਰਕਾਰ ਨੇ ਸਾਡੇ ਗੱਡੀਆਂ ਦੇ ਕਰੋਨਾ ਦੇ ਟੈਕਸ ਸੀਗੇ, ਉਹ ਸਾਡੇ ਕੋਲ ਗਲਾਂ 'ਚ ਅੰਗੂਠੇ ਦੇ ਕੇ ਲੈ, ਗੱਡੀਆਂ ਥਾਣਿਆਂ 'ਚ ਬੰਦ ਕਰਕੇ ਲਏ ਇਹਨਾਂ ਨੇ। ਹੁਣ ਕੀ ਗੱਲ, ਜਿਹੜੀ ਸਵਾਰੀ ਹੁੰਦੀ ਉਹ ਇਹ ਸਰਕਾਰੀ ਬੱਸਾਂ 'ਚ ਚੜ੍ਹੀ ਜਾਂਦੀ ਆ, ਅਪ ਡਾਊਨ ਕਰੀ ਜਾਂਦੀ ਆ। ਜੇ ਕੋਈ ਮਤਲਬ ਪਿੱਛੇ ਅੱਗੇ ਟਾਈਮ ਆ, ਸਰਕਾਰੀ ਪ੍ਰਾਈਵੇਟ ਦੇ ਜਿਹੜੀਆਂ ਪ੍ਰਾਈਵੇਟ ਗੱਡੀਆਂ ਉਹ ਖਾਲੀ ਜਾ ਰਹੀਆਂ, ਸਾਡੇ ਖਰਚੇ ਨਹੀਂ ਪੂਰੇ ਹੁੰਦੇ। ਸਾਡਾ ਅੱਜ ਡਰਾਈਵਰ ਭਾਈਚਾਰਾ ਜਿਹੜਾ ਸਾਰਾ ਸਟਾਫ ਆ ਸੜਕਾਂ ਤੇ ਆ ਗਿਆ ਵਾ। ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਸਿੰਘੋਵਾਲ ਅਤੇ ਪਿੰਡ ਬੰਬੋਵਾਲ ਦੀ ਨਾਰੀ ਸ਼ਕਤੀ ਨੇ ਠੇਕੇ ਤੇ ਸ਼ਰਾਬ ਦਾ ਧਾਵਾ ਬੋਲ ਦਿੱਤਾ ਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਹਨਾਂ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਨਸ਼ਿਆਂ ਨੂੰ ਵਧਾਵਾ ਦੇ ਰਹੀ ਹੈ ਤੇ ਲੋਕਾਂ ਨੂੰ ਨਸ਼ਿਆਂ ਤੇ ਲਗਾਉਣ ਲਈ ਠੇਕੇ ਖੋਲ ਰਹੀ ਹੈ। ਸਰਕਾਰ ਨੇ ਦੂਸਰੇ ਬੱਚੇ ਇਹ ਠੇਕਾ ਖੁੱਲਿਆ, ਇਧਰੋਂ ਲੱਗਦਾ ਬਾਰ-ਬਾਰ ਇਧਰ ਆਣਗੇ, ਇਧਰੋਂ ਪਿੰਦੇ ਜਾਂਦੇ ਨੇ। ਧੀਆਂ ਭੈਣਾਂ ਸ਼ਹਿਰ ਜਾਂਦੀਆਂ, ਇਧਰ ਸੈਰ ਕਰਨ ਜਾਂਦੀਆਂ, ਦੁੱਧ ਲੈਣ ਜਾਂਦੀਆਂ, ਟਿਊਸ਼ਨ ਪੜ੍ਹਨ ਜਾਂਦੇ ਬੱਚੇ, ਤੇ ਇਹਨਾਂ ਨੂੰ ਇਹ ਮਤਲਬ ਬਹੁਤ ਮੁਸ਼ਕਲ ਹੈ। ਸ਼ਰਾਬੀਅਤ ਤੇ ਸ਼ਰਾਬ ਪੀ ਕੇ ਹਰਕਤਾਂ ਕਰਦੇ ਆ। ਅਸੀਂ ਇਹ ਠੇਕਾ ਜਿਹੜਾ ਨਹੀਂ ਖੁੱਲਣ ਦੇਣਾ, ਸਾਨੂੰ ਇਹ ਨਹੀਂ ਮਨਜ਼ੂਰ ਹੈਗਾ।
ਤੇ ਜਿੱਥੋਂ ਦੇ ਹੈਗੇ ਜਿੱਥੋਂ ਦੇ ਵੀ ਹੈਗੇ ਉੱਥੇ ਆਪਣੇ ਪਿੰਡ ਖੋਲਣ, ਲੇਕਿਨ ਅਸੀਂ ਆਪਣੇ ਪਿੰਡ ਵਿੱਚ ਨਹੀਂ ਖੋਲਣ ਦੇਣਾ। ਅੱਜ ਤੁਸੀਂ ਠੇਕੇ ਦੇ ਉੱਤੇ ਹਮਲਾ ਕੀਤਾ ਹੈ, ਜਿਹੜੀ ਨਾਰੀ ਸ਼ਕਤੀ ਨੇ ਆ ਕੇ ਠੇਕੇ ਤੇ ਹਮਲਾ ਕੀਤਾ, ਉਹਨਾਂ ਦੀ ਸ਼ਰਾਬ ਦੀਆਂ ਬੋਤਲਾਂ ਵੀ ਡੋਲੀਆਂ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ? ਅਸੀਂ ਕਹਿਣਾ ਚਾਹੁੰਦੇ ਕਿ ਅਸੀਂ ਇੱਥੇ ਨਹੀਂ ਖੁੱਲਣ ਦੇਣਾ, ਇਹ ਬੰਦ ਕੀਤਾ ਜਾਏ। ਇਸ ਫਰਮ ਦਾ ਠੇਕਾ ਹੈ? ਹਾਂਜੀ। ਕਿਹਨਾਂ ਦਾ ਠੇਕਾ ਹੈ? ਇਹ ਸੁਣ ਜਾਏ ਕਿ ਭੰਡੇਰਿਆਂ ਵਾਲਿਆਂ ਦਾ। ਭੰਡੇਰਿਆਂ ਵਾਲਿਆਂ ਆਪਣੇ ਭੰਡੇਰੇ ਚ ਕਿਉਂ ਨਹੀਂ ਖੋਲਿਆ? ਸਿੰਘਵਾਲ ਜਾ ਕੇ ਕਿਉਂ ਖੋਲਿਆ? ਉੱਥੇ ਵੀ ਤਾਂ ਖੋਲ ਸਕਦੇ ਸੀ ਨਾ, ਆਪਣੇ ਪਿੰਡ ਚ ਵੀ ਖੋਲ ਸਕਦੇ ਸੀ। ਸਾਡੇ ਸਿੰਘਵਾਲ ਜਾ ਕੇ ਇਹਨਾਂ ਨੇ ਖੋਲਦੀ ਹੈ ਇਹ, ਬਟ ਅਸੀਂ ਇੱਥੇ ਖੋਲਣ ਨਹੀਂ ਦੇਣਾ। ਠੀਕ ਹੈ, ਪੈਂਦਾ ਇਸ ਭੰਡੇਰੇ ਚ ਹੈ, ਪਰ ਹੱਦ ਸਿੰਘਵਾਲ ਦੀ ਹੈ। ਇਹ ਸਰਕਾਰੀ ਦੁਕਾਨ ਹੈ ਤਾਂ ਵੈਸੇ ਸਰਕਾਰੀ ਹੋਵੇ ਜਿਹੜੀ ਮਰਜ਼ੀ ਹੋਵੇ, ਪੈਂਦਾ ਸਾਡੇ ਪਿੰਡ ਦਾ ਕੇ ਬਰਬਾਦ ਹੋ ਚੁੱਕਾ ਹੈ ਸ਼ਰਾਬ ਨਾਲ। ਅਸੀਂ ਹੋਰ ਨਹੀਂ ਕੰਮ ਕਰਨ ਦੇਣਾ। ਬੱਚੇ ਸਾਡੇ ਘਰ ਦੇ ਬੱਚੇ ਬਰਬਾਦ ਹੋ ਗਏ ਆ ਇਸੇ ਨਸ਼ੇ ਵਿੱਚ ਹੀ। ਅੱਗੇ ਨਸ਼ਾ ਥੋੜਾ ਹੈਗਾ ਵਿਕਦਾ ਪਿਆ, ਜਿਹੜਾ ਹੁਣ ਇਹ ਵੀ ਕੰਮ ਖੋਲ ਦਿੱਤਾ ਇੱਥੇ ਪਿੰਡ ਵਿੱਚ ਨਵਾਂ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪੰਜਾਬ? ਅਸੀਂ ਠੇਕਾ ਬੰਦ ਕਰਵਾਉਣਾ ਚਾਹੁੰਦੇ ਬਸ। ਭੈਣ ਜੀ ਜਿਹੜੀ ਠੇਕੇ ਦੇ ਇੱਥੇ ਇਹਨਾਂ ਨੇ ਠੇਕਾ ਖੋਲਿਆ, ਸਾਡੀਆਂ ਕੁੜੀਆਂ ਇੱਥੇ ਜਾਂਦੀਆਂ ਹੈਗੀਆਂ, ਸੈਰ ਕਰਨ ਵੀ ਜਾਂਦੀਆਂ, ਬੀਬੀਆਂ ਵੀ ਜਾਂਦੀਆਂ, ਸਾਰੇ ਬੱਚੇ ਵੀ ਜਾਂਦੇ ਆ। ਤੇ ਇਹ ਸ਼ਰਾਬ ਦਾ ਠੇਕਾ ਤੇ ਬੰਦੇ ਸ਼ਰਾਬ ਪੀ ਕੇ ਮਤਲਬ ਟੀਚਰਾਂ ਕਰਦੇ ਇੱਕ ਦੂਜੇ ਨੂੰ, ਕੱਲ ਨੂੰ ਕੁੜੀਆਂ ਨੂੰ ਜਾਂ ਭੈਣਾਂ ਨੂੰ ਕੁਝ ਵੀ ਕਹਿ ਸਕਦੇ ਆ, ਇਹ ਲੜਾਈ ਵੀ ਹੋ ਸਕਦੀ ਆ। ਅਸੀਂ ਚਾਹੁੰਦੇ ਹਾਂ ਕਿ ਠੇਕਾ ਬੰਦ ਹੋਣਾ ਚਾਹੀਦਾ ਆ। ਇਹ ਸਰਕਾਰੀ ਦੁਕਾਨ ਦੇ ਉੱਤੇ ਠੇਕਾ ਖੋਲਣ ਦੀ ਪਰਮਿਸ਼ਨ ਕਿਹਨੇ ਦਿੱਤੀ ਹੈ? ਇਹ ਤਾਂ ਹੁਣ ਭੰਡੇਰੇ ਵਾਲੇ ਜਾਣਨ, ਸਾਨੂੰ ਤਾਂ ਕਿਸੇ ਪਤਾ ਹੀ ਨਹੀਂ ਹੈ। ਸਾਨੂੰ ਜਾਂ ਪੁੱਛ ਕੇ ਇਹਨਾਂ ਨੇ ਠੇਕਾ ਖੋਲਿਆ, ਸਾਨੂੰ ਪਤਾ ਹੋਵੇ, ਸਾਨੂੰ ਕੁਝ ਪਤਾ ਵੀ ਨਹੀਂ ਹੈ ਠੇਕੇ ਬਾਰੇ। ਤਾਂ ਇਹ ਸਰਪੰਚ ਸਾਹਿਬ ਨੂੰ ਨਹੀਂ ਪਤਾ ਕੁਝ ਵੀ, ਇਹ ਤਾਂ ਭੰਡੇਰੇ ਵਾਲੇ ਸਰਪੰਚ ਨੇ ਖੋਲਿਆ, ਉਹਨਾਂ ਨੂੰ ਪਤਾ ਹੋਣਾ ਸਭ ਕੁਝ। ਅੱਜ ਹੁਸ਼ਿਆਰਪੁਰ ਵਿੱਚ ਬਿਜਲੀ ਵਿਭਾਗ ਦੇ ਠੇਕਾ ਮੁਲਾਜ਼ਮਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਫੂਕ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਠੇਕਾ ਮੁਲਾਜ਼ਮਾਂ ਵੱਲੋਂ ਇੱਕ ਰੋਸ ਰੈਲੀ ਸਰਕਲ ਦਫ਼ਤਰ ਤੋਂ ਲੈ ਕੇ ਸਥਾਨਕ ਚੱਕ ਤੱਕ ਕੱਢੀ ਗਈ ਤੇ ਪੰਜਾਬ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕਾਰਨ ਇਹ ਹੈ ਜੀ, ਪਹਿਲਾਂ ਤਾਂ ਅਸੀਂ ਜਾਣੂ ਕਰਵਾ ਦਈਏ, ਅਸੀਂ ਪਾਵਰ ਕਾਮ ਐਂਡ ਟਰਾਂਸਪੋਰਟ ਠੇਕਾ ਮੁਲਾਜ਼ਮ ਯੂਨੀਅਨ ਤੇ ਉਹ ਅੱਜ ਪੰਜਾਬ ਦੇ ਸੱਦੇ ਦੇ ਪੂਰੇ ਪੰਜਾਬ 'ਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਬਿਜਲੀ ਬੋਰਡ ਦੇ ਜਿਹੜੇ ਕਰਮਚਾਰੀ ਆ, ਚਾਹੇ ਉਹ ਸਰਕਾਰੀ ਆ ਚਾਹੇ ਉਹ ਠੇਕੇ ਦੇ ਭਰਤੀ ਆ, ਸਾਰਿਆਂ ਵੱਲੋਂ ਅੱਜ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਆ। ਇਹ ਤਾਂ ਕੀਤਾ ਜਾ ਰਿਹਾ ਕਿ ਨਿੱਜੀਕਰਨ ਦਾ ਜਿਹੜਾ ਹੱਲ ਆ ਉਹ ਨਰਿੰਦਰ ਮੋਦੀ ਉਹ ਤੇਜ਼ੀ ਨਾਲ ਅੱਗੇ ਲੈ ਕੇ ਜਾ ਰਿਹਾ ਆ ਕਿ ਜਿਹੜੇ ਸਟੇਟਾਂ ਦੇ ਜਿਹੜੇ ਅਦਾਰੇ ਆ, ਸਰਕਾਰੀ ਅਦਾਰੇ ਜਿਵੇਂ ਬਿਜਲੀ ਬੋਰਡ ਲਾ ਲਓ, ਜਲ ਸਪਲਾਈ ਲਾ ਲਓ, ਹੋਰ ਅਦਾਰੇ ਨੇ, ਉਹਨਾਂ ਨੂੰ ਪ੍ਰਾਈਵੇਟੇਸ਼ਨ ਵੱਲ ਜਿਹੜਾ ਧੱਕਣ ਦੀ ਕੋਸ਼ਿਸ਼ ਕਰ ਰਿਹਾ ਆ। ਅੱਜ ਉਹ ਇੱਕ ਆਰਡੀਨੈਂਸ ਲੈ ਕੇ ਆ ਰਿਹਾ ਆਪਣੀ ਵਿਧਾਨ ਸਭਾ ਦੇ ਵਿੱਚ ਕਿ ਜਿਹੜਾ ਬਿਜਲੀ ਸੋਧ ਐਕਟ ਆ, ਜੋ ਕਿ 2020 ਐਕਟ ਆ, ਉਸ ਨੂੰ ਇਹਨਾਂ ਨੇ ਸੋਧ ਕਰਕੇ ਉਹਦੇ ਵਿੱਚ ਹੋਰ ਨਿੱਜੀਕਰਨ ਦੀਆਂ ਵੱਧ ਤੋਂ ਵੱਧ ਅਮੈਂਡਮੈਂਟਾਂ ਕਰਕੇ ਅੱਜ ਉਸਨੇ ਆਪਣੀਆਂ ਵਿਧਾਨ ਸਭਾ ਦੇ ਵਿੱਚ ਲਿਆ ਕੇ ਪੇਸ਼ ਕਰਕੇ ਉਸ ਨੂੰ ਪਾਸ ਕਰ ਰਹੇ ਆ ਤੇ ਸੂਬਿਆਂ ਨੂੰ ਵੀ ਮੰਨਣਾ ਪੈਣਾ ਆ। ਜਿੱਥੇ ਤੱਕ ਗੱਲ ਕੀਤੀ ਜਾਵੇ ਭਗਵੰਤ ਮਾਨ ਦੀ, ਇਹਨਾਂ ਦੀ ਸਰਕਾਰ ਦੇ ਆਉਣ ਦੇ ਕੋਈ ਵੀ 1% ਫਾਇਦੇ ਨਹੀਂ, ਕਿਉਂਕਿ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਚੰਡੀਗੜ੍ਹ ਵੀ ਇਹਨਾਂ ਨੇ ਹੱਥ ਤੇ ਹੱਥ ਰੱਖ ਕੇ ਮੋਦੀ ਨੇ ਲੈ ਲਿਆ ਤਾਂ ਭਗਵੰਤ ਮਾਨ ਤੇ ਉਹਦੇ 92 ਐਮਐਲਏ ਚੁੱਪ ਰਹੇ, ਕਿਸੇ ਨੇ ਵੀ ਕੋਈ ਆਵਾਜ਼ ਨਹੀਂ ਚੱਕੀ। ਜਾਂ ਜਿਹੜੇ ਪਾਰਲੀਮੈਂਟ ਵਿੱਚ ਵੀ ਇਹਨਾਂ ਨੇ ਸਾਥੀ ਆਪਣੇ ਭੇਜੇ, ਉਹਨਾਂ ਵੱਲੋਂ ਵੀ ਇੱਕ ਚੰਡੀਗੜ੍ਹ ਦੇ ਨਾਂ ਤੇ ਜਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਂ ਤੇ ਇੱਕ ਵੀ ਸ਼ਬਦ ਨਹੀਂ ਨਿਕਲਿਆ। ਤੋਂ ਅੱਜ ਦਾ ਜਿਹੜਾ ਰੋਸ ਮੁਜ਼ਾਹਰਾ ਆ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਸਰਕਾਰੀ ਤੇ ਕੱਚੇ ਮੁਲਾਜ਼ਮ ਮਿਲ ਕੇ ਕਰ ਰਹੇ ਆ ਤਾਂ ਕਿ ਜਿਹੜਾ ਨਿੱਜੀਕਰਨ ਦਾ ਹੱਲ ਆ ਉਹ ਇਸ ਨੂੰ ਅਸੀਂ ਰੋਕ ਸਕੀਏ। ਆਉਣ ਵਾਲੇ ਸਮੇਂ ਵਿੱਚ ਜੇਕਰ ਸਾਨੂੰ ਕਿਸਾਨਾਂ ਦਾ ਸਮਰਥਨ ਲੈਣਾ ਪਿਆ, ਉਹਨਾਂ ਦੇ ਧਰਨਿਆਂ ਵਿੱਚ ਵੈਸੇ ਵੀ ਸਾਡੀ ਸ਼ਮੂਲੀਅਤ ਰਹਿੰਦੀ ਆ, ਅਗਰ ਉਸ ਨਾਲ, ਕਿਉਂਕਿ ਜਦੋਂ ਕਿਸਾਨੀ ਅੰਦੋਲਨ ਦੌਰਾਨ ਵੀ ਇਹ ਨਰਿੰਦਰ ਮੋਦੀ ਜੀ ਆਪਣੇ ਬਿਜਲੀ ਸੋਧ ਬਿੱਲ 2020 ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਕਿਸਾਨਾਂ ਦੇ ਡਰ ਨਾਲ ਉਹਨਾਂ ਨੂੰ ਨਹੀਂ ਲਿਆਉਣਾ ਪਿਆ। ਜਿੱਥੇ ਸਾਰੇ ਪਾਸੇ ਤੀਆਂ ਦੇ ਤਿਉਹਾਰ ਮਨਾਏ ਜਾ ਰਹੇ ਹਨ, ਉੱਥੇ ਅੱਜ ਮੋਹਾਲੀ ਦੇ ਸ਼ੈਮਰੌਕ ਸਕੂਲ ਸੈਕਟਰ 69 ਮੋਹਾਲੀ ਵਿੱਚ PB65 ਫਿਲਮੀ ਅੱਡਾ ਐਂਟਰਟੇਨਮੈਂਟ ਵੱਲੋਂ ਚੰਡੀਗੜ੍ਹ ਡਿਫੈਂਸ ਅਕੈਡਮੀ ਦੇ ਸਹਿਯੋਗ ਨਾਲ ਮਿਊਜ਼ੀਕਲ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਨੁਮਾ ਪ੍ਰੋਗਰਾਮ ਵਿੱਚ ਜਿੱਥੇ ਸਥਾਨਕ ਲੋਕਾਂ ਨੇ ਪ੍ਰੋਗਰਾਮ ਦਾ ਆਨੰਦ ਮਾਣਿਆ, ਉੱਥੇ ਚੰਡੀਗੜ੍ਹ ਡਿਫੈਂਸ ਅਕੈਡਮੀ ਦੇ ਬੱਚਿਆਂ ਨੇ ਖੂਬ ਨੱਚ ਟੱਪ ਕੇ ਕਲਾਕਾਰਾਂ ਦੇ ਗੀਤਾਂ ਤੇ ਆਨੰਦ ਮਾਣਿਆ। ਇਸ ਮੇਲੇ ਵਿੱਚ ਅੰਤਰਰਾਸ਼ਟਰੀ ਲੋਕ ਗਾਇਕਾ ਮਿਸ ਨਾਚ ਵੱਲੋਂ ਆਪਣੇ ਗੀਤਾਂ ਨਾਲ ਲੋਕਾਂ ਨੂੰ ਝੂਮਣ ਲਾ ਦਿੱਤਾ। ਇਸ ਤੋਂ ਇਲਾਵਾ ਅਸੀਸ ਕੌਰ ਨੇ ਰਾਸ਼ਟਰੀ ਗੀਤ ਗਾ ਕੇ ਆਜ਼ਾਦੀ ਦੇ ਪਰਵਾਨਿਆਂ ਨੂੰ ਸ਼ਰਧਾਂਜਲੀ ਅਰਪਣ ਕੀਤੀ। ਇਸ ਪ੍ਰੋਗਰਾਮ ਵਿੱਚ ਨੌਜਵਾਨਾਂ ਦੇ ਭਵਿੱਖ ਨੂੰ ਸਵਾਰਨ ਲਈ ਰਿਟਾਇਰਡ ਵਿੰਗ ਕਮਾਂਡਰ ਚੀਮਾ ਸਾਹਿਬ ਵੱਲੋਂ ਇੱਕ ਕਿਤਾਬ ਰਿਲੀਜ਼ ਕੀਤੀ ਗਈ। ਇਸ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਅੰਤਰਰਾਸ਼ਟਰੀ ਲੋਕ ਗਾਇਕ, ਫਿਲਮ ਨਿਰਦੇਸ਼ਕ ਤੇ ਅਦਾਕਾਰਾ ਬੌਬੀ ਬਾਜਵਾ ਵੱਲੋਂ ਆਪਣੀ ਆਵਾਜ਼ ਵਿੱਚ ਨਵਾਂ ਟਰੈਕ CS01 ਥਾਰ ਰਿਲੀਜ਼ ਕੀਤਾ ਗਿਆ। ਇਸ ਦੇ ਨਾਲ ਆਪਣੇ ਨਵੇਂ ਤੇ ਪੁਰਾਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਗਿਆ। ਇਸ ਸਟੇਜ ਦਾ ਸੰਚਾਲਨ ਉੱਘੇ ਗੀਤਕਾਰ ਭੱਟੀ ਭੜੀਵਾਲਾ ਵੱਲੋਂ ਕੀਤਾ ਗਿਆ ਤੇ ਆਏ ਹੋਏ ਮਹਿਮਾਨਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।